ਇਹ ਖਾਲਸੇ ਦਾ ਲਫ਼ਜ਼ ਜਿਹੜਾ ਮੈਂ ਗੱਲ ਕਰ ਰਿਹਾ ਸੀ ਕਿ ਅਸੀਂ ਵਿਸਾਖੀ ਵਾਲੇ ਦਿਨ ਅਸੀਂ ਦੇਖਿਆ ਕਿ ਖਾਲਸਾ ਸਾਜਨਾ ਦਿਵਸ, ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪ੍ਰਗਟ ਕੀਤਾ ਉਦਣ, ਹੈ ਨਾ। ਇਹ ਬੜਾ ਇਤਿਹਾਸ ਵੀ ਲਿਖਿਆ ਹੈ ਔਰ ਸਾਡੇ ਧਾਰਮਿਕ ਲੀਡਰਸ ਵੀ ਸਾਨੂੰ ਇਸ ਤਰ੍ਹਾਂ ਹੀ ਗਾਈਡ ਕਰਦੇ ਆਏ ਨੇ। ਪਰ ਆ ਸ਼ਬਦ ਦੀ ਜਿਹੜੀ ਜਿਹੜੀ ਰੋਸ਼ਨੀ ਹੈ, ਸ਼ਬਦ ਦਾ ਜਿਹੜਾ ਗਿਆਨ ਹੈ, ਪ੍ਰਕਾਸ਼ ਸਾਨੂੰ ਦੇ ਰਿਹਾ ਕਿ ਖਾਲਸਾ ਲਫ਼ਜ਼ ਦਾ ਭਗਤ ਕਬੀਰ ਜੀ ਨੇ ਯੂਜ਼ ਕੀਤਾ ਹੈ। ਸੋ ਇਹ ਖਾਲਸੇ ਦਾ ਮਤਲਬ ਆਪਾਂ ਪਿਛਲੀ ਵਾਰੀ ਥੋੜਾ ਜਿਹਾ ਐਕਸਪਲੇਨ ਕੀਤਾ ਸੀਗਾ। ਖਾਲਸਾ ਜਿਹੜਾ ਇਹ ਪਰਸ਼ੀਅਨ ਲਫ਼ਜ਼ ਹੈ, ਉਹਦਾ ਮਤਲਬ ਹੈ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਜਿਹੜੀ ਜ਼ਮੀਨ ਦਾ ਕੋਈ ਵਾਲੀ ਵਾਰਸ ਨਾ ਹੋਏ ਤਾਂ ਜਿਹੜੀ ਹਕੂਮਤ ਸੀ ਉਸ ਵੇਲੇ ਦੀ, ਉਸ ਜ਼ਮੀਨ ਨੂੰ ਖਾਲਸਾ ਕਰਾਰ ਦਿੰਦੀ ਸੀ ਕਿ ਇਹ ਜ਼ਮੀਨ ਨੰਬਰ ਅੱਜ ਤੋਂ ਖਾਲਸਾ ਕਰਾਰ ਦਿੱਤਾ ਜਾਂਦਾ। ਉਹਦਾ ਭਾਵ ਸੀ ਕਿ ਇਹਦਾ ਹੁਣ ਸਿੱਧਾ ਜਿਹੜਾ ਸਬੰਧ ਹੈ, ਇਹਦੀ ਸਿੱਧੀ ਜਿਹੜੀ ਮਲਕੀਅਤ ਹੈ ਉਹ ਸਰਕਾਰ ਦੀ ਹੋਏਗੀ। ਇਹਦਾ ਮਤਲਬ ਖਾਲਸੇ ਦਾ ਜਿਹੜਾ ਮੀਨਿੰਗ ਸਾਡੇ ਕੋਲ ਆ ਰਿਹਾ ਉਹ ਹੈ ਡਾਇਰੈਕਟ ਰਿਲੇਟਡ ਟੂ ਵਾਹਿਗੁਰੂ, ਡਾਇਰੈਕਟ ਰਿਲੇਟਡ ਟੂ ਗੋਡ ਵਿਦਾਊਟ ਐਨੀ ਵਿਚੋਲਾ। ਸਾਨੂੰ ਇਹ ਕਬੀਰ ਸਾਹਿਬ ਇੱਥੇ ਦੱਸ ਰਹੇ ਨੇ ਕਿ ਸਾਰਾ ਜਿਹੜਾ ਜਗਤ ਹੈ ਉਹ ਗ੍ਰਸਿਆ ਹੋਇਆ ਹੈ ਮੌਤ ਦੇ, ਕਾਲ ਦੇ ਡਰ ਤੋਂ, ਸਹਿਮਿਆ ਹੋਇਆ। ਤੇ ਜਿਹੜੇ ਭਰਮੀ ਗਿਆਨੀ ਨੇ, ਬ੍ਰਹਮ ਗਿਆਨੀ ਦੀ ਗੱਲ ਨਹੀਂ ਕੀਤੀ ਇੱਥੇ, ਭਰਮੀ ਗਿਆਨੀ ਕਿਹਾ ਹੈ। ਭਰਮੀ ਗਿਆਨੀ ਉਹ ਹੁੰਦੇ ਆ ਜਿਹੜੇ ਆਪ ਨਹੀਂ, ਜਿਨ੍ਹਾਂ ਨੂੰ ਕਲੈਰਿਟੀ ਹੁੰਦੀ, ਆਪ ਜਿਹੜੇ ਕਿਸੇ ਅਵਸਥਾ ਦੇ ਮਾਲਕ ਨਹੀਂ ਹੁੰਦੇ, ਲੇਕਿਨ ਗੱਲਾਂ ਜਿਹੜੀਆਂ ਨੇ ਉਹ ਵੱਡੀਆਂ ਵੱਡੀਆਂ ਕਿਤਾਬਾਂ ਪੜ੍ਹ ਕੇ ਜਾਂ ਕਥਾ ਕਹਾਣੀਆਂ ਪੜ੍ਹ ਕੇ ਉਹ ਗੱਲਾਂ ਕਰਦੇ ਨੇ। ਸੋ ਇਹ ਸਾਰੇ ਭਰਮੀ ਗਿਆਨੀਆਂ ਦੀ ਕੈਟੇਗਰੀ ਹੈ। ਸੋ ਆਪਾਂ ਜਿਹੜਾ ਖਾਲਸੇ ਦਾ ਲਫ਼ਜ਼ ਸਾਡੇ ਸਾਹਮਣੇ ਆ ਰਿਹਾ ਹੈ ਉਹ ਅਸੀਂ ਜਿਹੜਾ ਇਸ ਤਰ੍ਹਾਂ ਹੈ ਕਿ ਡਾਇਰੈਕਟ ਰਿਲੇਟਡ ਟੂ ਗੋਡ। ਜਿੱਦਾਂ ਪੁਰਾਣੇ ਦਿਨਾਂ 'ਚ ਇੱਕ ਮੈਂ ਐਗਜ਼ਾਮਪਲ ਲੈ ਰਿਹਾ, ਗੱਲ ਤਾਂ ਉਹ ਬਹੁਤ ਹੀ ਵਧੀਆ ਨਹੀਂ ਸੀ। ਪੁਰਾਣੇ ਦਿਨਾਂ ਦੇ ਵਿੱਚ ਇੱਥੇ ਅਮਰੀਕਾ 'ਚ ਵੀ ਔਰ ਹਿੰਦੁਸਤਾਨ 'ਚ ਵੀ ਇਸ ਤਰ੍ਹਾਂ ਹੀ ਹੁੰਦਾ ਰਿਹਾ ਹੈ ਕਿ ਸਲੇਵਰੀ ਹੁੰਦੀ ਸੀ। ਕੁਝ ਲੋਕ ਜਿਹੜੇ ਆ ਉਹ ਜਿਸ ਤਰ੍ਹਾਂ ਆਪਾਂ ਡੰਗਰਾਂ ਦੀ ਮੰਡੀ ਦੇ ਵਿੱਚੋਂ ਡੰਗਰ ਖਰੀਦ ਕੇ ਲੈ ਕੇ ਆਉਣੇ ਆ, ਮੱਝਾਂ, ਗਾਵਾਂ ਜਾਂ ਘੋੜੇ ਆਦਿ, ਇਸ ਤਰ੍ਹਾਂ ਹੀ ਕੁਝ ਜਿਹੜੇ ਅਮੀਰ ਲੋਕ ਸਨ ਜਾਂ ਜਿਹੜੇ ਜਿਨ੍ਹਾਂ ਨੂੰ ਲੋੜ ਹੁੰਦੀ ਸੀ ਬੰਦਿਆਂ ਦੀ, ਉਹ ਬੰਦੇ ਖਰੀਦ ਕੇ ਲੈ ਕੇ ਆਉਂਦੇ ਸੀ। ਕਹਿਣ ਦਾ ਭਾਵ ਹੈ ਕਿ ਬੰਦੇ ਵੀ ਵਿਕਦੇ ਹੁੰਦੇ ਸੀ। ਔਰ ਉਹਨਾਂ ਦੀ ਇਹ ਜਦੋਂ ਇਤਿਹਾਸ 'ਚੋਂ ਮੈਂ ਛੋਟੀਆਂ ਛੋਟੀਆਂ ਗੱਲਾਂ ਕਰ ਰਿਹਾ ਕਿ ਤਾਂਬੇ ਦਾ ਪੈਸਾ ਜਿਹੜਾ ਹੁੰਦਾ ਸੀ ਉਹ ਲੈ ਕੇ ਗਰਮ ਕਰਕੇ ਉਹਨਾਂ ਦੇ ਮੱਥੇ ਦੇ ਉੱਤੇ ਰੱਖ ਦਿੱਤਾ ਜਾਂਦਾ ਸੀ ਔਰ ਉਹ ਨਿਸ਼ਾਨ ਉਹਦਾ ਉੱਕਰ ਜਾਂਦਾ ਸੀ ਕਿ ਇਹ ਬੰਦਾ ਜਿਹੜਾ ਇਹ ਗੁਲਾਮ ਹੈ, ਇਹ ਕਿਸੇ ਦਾ, ਇਹ ਬੰਦਾ ਵਿਕਿਆ ਹੋਇਆ ਔਰ ਇਹ ਉਸ ਪਰਿਵਾਰ ਦਾ ਜਾਂ ਉਸ ਜ਼ਿਮੀਂਦਾਰ ਦਾ ਜਾਂ ਉਸ ਸ਼ਾਹੂਕਾਰ ਦਾ ਇਹ ਗੁਲਾਮ ਹੈ ਬੰਦਾ। ਸੋ ਇੱਥੋਂ ਤੱਕ ਸਾਡੀ ਜਿਹੜੀ ਹੈ ਸਮਾਜਿਕ ਅਵਸਥਾ ਵੀ ਰਹੀ ਹੈ, ਸਾਡਾ ਜਿਹੜਾ ਇਤਿਹਾਸ ਹੈ ਅਸੀਂ ਉਹ ਵੀ ਦੇਖ ਸਕਦੇ। ਸੋ ਇਹ ਜਿਹੜਾ ਖਾਲਸੇ ਦਾ ਮਤਲਬ ਹੈ ਇਹ ਹੈ ਡਾਇਰੈਕਟ ਰਿਲੇਟਡ ਟੂ ਗੋਡ। ਸੋ ਉਹ ਜਿਹੜਾ ਸਲੇਵ ਹੁੰਦਾ ਸੀ, ਉਹ ਉਹਦਾ ਸਲੇਵ ਦਾ ਸਿੱਧਾ ਸੰਬੰਧ ਆਪਣੇ ਮਾਲਕ ਦੇ ਨਾਲ ਹੁੰਦਾ ਸੀ। ਉਹਦਾ ਭਾਵ ਹੈ ਕਿ ਡਾਇਰੈਕਟ, ਸਿਰਫ ਆਪਾਂ ਐਗਜ਼ਾਮਪਲ ਲੈ ਰਹੇ ਹਾਂ। ਸਿਮਰਤਪਾਲ ਜੀ ਸਾਰਿਆਂ ਨੂੰ ਮਿਊਟ ਕਰ ਦਿਓ ਪਲੀਜ਼, ਮੀਟਿੰਗ ਦਾ ਕੰਟਰੋਲ ਤੁਹਾਡੇ ਕੋਲ ਹੈ, ਸਾਰਿਆਂ ਨੂੰ ਮਿਊਟ ਰੱਖੋ। ਮੇਰੇ ਇੰਨੀ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਸੰਗਤਾਂ ਮਿਊਟ ਨਹੀਂ ਰੱਖ ਰਹੀਆਂ। ਸੋ ਇਹ ਇੱਕ ਸਤਿਕਾਰ ਆਪਾਂ ਬਣਾ ਕੇ ਰੱਖਣਾ ਸਾਰਿਆਂ ਦਾ, ਕਿਉਂਕਿ ਡਿਸਟਰਬੈਂਸ ਸਾਰਿਆਂ ਨੂੰ ਹੁੰਦੀ ਹੈ, ਬੋਲਣ ਵਾਲੇ ਨੂੰ ਵੀ ਔਰ ਸੁਣਨ ਵਾਲੇ ਨੂੰ ਵੀ। ਸੋ ਇਹ ਪਲੀਜ਼ ਆਪਣਾ ਧਿਆਨ ਆਪ ਰੱਖੋ ਜੀ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਅੱਛਾ, ਸੋ ਉਹ ਜਿਹੜਾ ਗੁਲਾਮ ਹੁੰਦਾ ਸੀ ਉਹਦਾ ਸਿੱਧਾ ਸੰਬੰਧ ਆਪਣੇ ਮਾਲਕ ਨਾਲ ਹੁੰਦਾ ਸੀ, ਉਹ ਹੋਰ ਕਿਤੇ ਨਹੀਂ ਜਾ ਸਕਦਾ ਸੀ। ਈਵਨ ਉਹਦੇ ਗਾਂ ਜਿਹੜੇ ਪਰਿਵਾਰ ਬੱਚੇ ਵੀ ਹੁੰਦੇ ਸੀ ਉਹ ਵੀ ਉਸ ਪਰਿਵਾਰ ਦੇ ਜਾਂ ਸ਼ਾਹੂਕਾਰ ਦੇ ਗੁਲਾਮ ਰਹਿੰਦੇ ਸੀ। ਸੋ ਇਹ ਹੈ ਡਾਇਰੈਕਟ ਰਿਲੇਟਡ ਟੂ ਜਿਹੜਾ ਖਾਲਸੇ ਦਾ ਆਪਾਂ ਐਗਜ਼ਾਮਪਲ ਲੈ ਰਹੇ ਹਾਂ, ਸ਼ਬਦ ਲੈ ਰਹੇ ਹਾਂ ਵਿੱਚੋਂ ਇੱਕ ਐਗਜ਼ਾਮਪਲ ਲੈ ਕੇ। ਸੋ ਖਾਲਸਾ ਹੈ ਕਿ ਜਿਹੜਾ ਸਿੱਧਾ ਆਪਣੇ ਗੁਰੂ ਨਾਲ, ਵਾਹਿਗੁਰੂ ਨਾਲ ਸੰਬੰਧਿਤ ਹੋਵੇ, ਉਹਦਾ ਕੋਈ ਹੋਰ ਵਿਚੋਲਾ ਨਾ ਵਿੱਚ ਹੋਵੇ।
ਇੱਕ ਬਾਬੇ ਨਾਨਕ ਦੇ ਸ਼ਬਦ ਨੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਸੋ ਜਿਹੜਾ ਇਹ ਸ਼ਬਦ ਅਸੀਂ ਇੱਥੇ ਖਤਮ ਕਰ ਰਹੇ ਹਾਂ ਕਬੀਰ ਸਾਹਿਬ ਦਾ, ਪਰਿਓ ਕਾਲ ਸਭੈ ਜਗ ਉੱਪਰ, ਮਾਹੇ ਲਿਖੇ ਭਰਮ ਗਿਆਨੀ। ਕਾਲ ਤੇ ਸਾਰਿਆਂ ਨੂੰ ਆਉਣਾ ਹੈ, ਸਾਰਿਆਂ ਨੂੰ ਇਹਦਾ ਸਹਿਮ ਹੈ। ਤੇ ਜਿਹੜੇ ਭਰਮ ਗਿਆਨੀ ਨੇ, ਮੈਂ ਪਿਛਲੇ ਬੈਠਕ ਦੇ ਵਿੱਚ ਸਾਰਾ ਕਲੀਅਰ ਕੀਤਾ ਸੀ ਕਿ ਵੱਡੇ ਵੱਡੇ ਬ੍ਰਹਮ ਗਿਆਨੀ ਆਪਣੇ ਆਪ ਨੂੰ ਕਹਿਣ ਵਾਲੇ, ਜਾਂ ਸੋ ਕਾਲਡ ਸੰਤ ਜਿਹੜੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਵੀ ਨੇ, ਵੀ ਮੌਤ ਦਾ ਡਰ ਉਹਨਾਂ ਨੂੰ ਵੀ ਹੈ, ਕਿਉਂਕਿ ਉਹ ਆਤਮਿਕ ਰੂਪ ਦੇ ਵਿੱਚ ਬ੍ਰਹਮ ਗਿਆਨੀ ਨਹੀਂ ਨੇ, ਉਹ ਦੁਨਿਆਵੀ ਭਰਮੀ ਗਿਆਨੀ ਨੇ। ਉਹ ਕਿਤਾਬਾਂ ਪੜ੍ਹ ਕੇ ਜਾਂ ਕਹਾਣੀਆਂ ਪੜ੍ਹ ਕੇ ਕੇਵਲ ਉਹਨਾਂ ਦਾ ਅੱਗੇ ਸੰਗਤਾਂ ਨੂੰ, ਉਹਨਾਂ ਨੂੰ ਉਹ ਸੁਣਾ ਦਿੰਦੇ ਨੇ। ਸਾਰਿਆਂ ਨੂੰ ਮੈਂ ਨਹੀਂ ਕਹਿੰਦਾ, ਕਈ ਚੰਗੇ ਵੀ ਨੇ, ਉਹਨਾਂ ਦੇ ਵੀ ਆਪਾਂ ਅੱਗੇ ਜਾ ਕੇ ਫਾਈਂਡ ਆਊਟ ਕਰਾਂਗੇ। ਸਾਰਿਆਂ ਦਾ ਸੁਣ ਕੇ, ਵਿਚਾਰ ਸੁਣ ਕੇ, ਨਾਲ ਅਸੀਂ ਸੁਣ ਵੀ ਰਹੇ ਹਾਂ, ਔਰ ਸਾਰਿਆਂ ਨੂੰ ਇਹ ਵੀ ਦੱਸਾਂਗੇ, ਨਾਮ ਲੈ ਕੇ ਦੱਸਾਂਗੇ ਕਿ ਫਲਾਣੇ ਪ੍ਰਚਾਰਕ ਨੇ ਆਹ ਪ੍ਰਚਾਰ ਬਿਲਕੁਲ ਠੀਕ ਕੀਤਾ, ਆਹ ਗੱਲ ਉਹਨਾਂ ਨੇ ਬਿਲਕੁਲ ਠੀਕ ਕਹੀ ਹੈ। ਤੇ ਜੇ ਕਿਸੇ ਨੇ ਕੋਈ ਐਸੀ ਗੱਲ ਕਹੀ ਹੋਊ ਜਿਹੜੀ ਗੁਰਬਾਣੀ ਦੇ ਉਲਟ ਹੋਊਗੀ, ਅਸੀਂ ਉਹ ਵੀ ਦੱਸਾਂਗੇ ਕਿ ਫਲਾਣਾ ਬੰਦਾ ਆਹ ਗੱਲ ਕਰ ਰਿਹਾ, ਇਹ ਗੁਰਬਾਣੀ ਸਾਨੂੰ ਆਹ ਦ੍ਰਿੜਾ ਰਹੀ ਹੈ, ਇਸ ਕਰਕੇ ਉਹ ਇੱਥੇ ਟਪਲਾ ਖਾ ਰਹੇ ਨੇ, ਉਹਨਾਂ ਨੂੰ ਪੂਰਾ ਇਸ ਚੀਜ਼ ਦਾ ਗਿਆਨ ਨਹੀਂ। ਸੋ ਆਪਾਂ ਚੱਲਦੇ ਹਾਂ ਖਾਲਸੇ ਦੇ ਲਫ਼ਜ਼ ਦੇ ਵੱਲ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ। ਹੁਣ ਇਹ ਜਦੋਂ ਇਸ ਲਾਈਨ ਤੋਂ ਬਾਅਦ ਆਪਾਂ ਮੁੜ ਕੇ ਰਹਾਉ ਦੀ ਤੋਕ ਤੇ ਜਾਂਦੇ ਆ, ਤੇ ਸਾਨੂੰ ਸ਼ਬਦ ਦੇ ਵਿੱਚੋਂ ਖਾਲਸੇ ਦਾ ਲਫ਼ਜ਼ ਕਲੀਅਰ ਹੋ ਰਿਹਾ, ਕਿਉਂਕਿ ਮਨ ਰੇ ਸਰਿਓ ਨਾ ਏਕੈ ਕਾਜਾ। ਸੋ ਖਾਲਸਾ ਉਹ ਹੋਇਆ ਜਿਹਨੇ ਇੱਕੋ ਹੁਕਮ ਮੰਨ ਲਿਆ। ਭਜਿਓ ਨਾ ਰਘੂਪਤ ਰਾਜਾ। ਸੋ ਖਾਲਸਾ ਉਹ ਹੋਇਆ ਜਿਹੜਾ ਭਜਨ ਬੰਦਗੀ ਅਕਾਲ ਪੁਰਖ ਦੀ ਕਰਨੀ ਸ਼ੁਰੂ ਕਰ ਦਿੰਦਾ, ਉਹ ਹੈ ਖਾਲਸਾ। ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਨਾਮ ਹੀ ਸਾਰਾ ਕੁਝ ਹੈ, ਇਹ ਸ਼ਬਦ ਹੀ ਸਾਰੇ ਕਾਸੇ ਦਾ ਭੇਦ ਹੈ। ਸੋ ਉਹਨੇ ਇਹ ਇੱਕੋ ਹੁਕਮ ਮੰਨਣਾ ਸ਼ੁਰੂ ਕਰ ਦਿੱਤਾ। ਦੂਸਰਾ, ਹੁਣ ਜਿਹੜਾ ਖਾਲਸਾ ਲਫ਼ਜ਼ ਹੈ, ਇਹ ਹੈ ਸ਼ਬਦ ਮਹੱਲੇ ਪਹਿਲੇ ਦਾ ਬਾਬੇ ਨਾਨਕ ਦਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਇਸ ਸ਼ਬਦ ਨੂੰ ਅਸੀਂ ਡਿਟੇਲ ਦੇ ਵਿੱਚ ਵਿਚਾਰਾਂਗੇ ਜਦੋਂ ਅਸੀਂ ਖਾਲਸੇ ਲਫ਼ਜ਼ ਦੇ ਉੱਤੇ ਬੈਠਕਾਂ ਲਾਵਾਂਗੇ। ਮੇਰਾ ਖਿਆਲ ਘੱਟੋ ਘੱਟ 4 ਜਾਂ 5 ਬੈਠਕਾਂ ਇਸ ਸ਼ਬਦ ਦੇ ਉੱਤੇ ਲੱਗਣਗੀਆਂ, ਸਿਰਫ ਖਾਲਸੇ ਦੇ ਉੱਤੇ, ਕਿ ਖਾਲਸਾ ਕੌਣ ਹੈ। ਕੀ ਸਾਨੂੰ ਆਪਣੇ ਨਾਮ ਦੇ ਅੱਗੇ ਖਾਲਸਾ ਲਿਖਣਾ ਚਾਹੀਦਾ ਹੈ? ਫਲਾਣਾ ਜੀ ਨਿਰਮਲ ਸਿੰਘ ਖਾਲਸਾ, ਫਲਾਣਾ ਜੀ ਜਗਤਾਰ ਸਿੰਘ ਖਾਲਸਾ, ਇਹ ਸਾਨੂੰ ਖਾਲਸਾ ਲਫ਼ਜ਼ ਲਿਖਣਾ ਚਾਹੀਦਾ ਹੈ? ਇਹ ਗੁਰਬਾਣੀ ਸਾਨੂੰ ਦੱਸੇਗੀ। ਗੁਰਬਾਣੀ ਚੋਂ ਅਸੀਂ ਸ਼ਬਦ ਕੱਢ ਕੇ ਉਹਨਾਂ ਦੀ ਕੋਖ ਕਰ ਕਰਕੇ ਆਪਾਂ ਇਹ ਦੇਖਾਂਗੇ ਕਿ ਖਾਲਸਾ ਕੌਣ ਹੈ। ਸੋ ਇੱਥੇ ਸ਼ਬਦ ਦੇ ਵਿੱਚ ਸਾਨੂੰ ਕਲੀਅਰ ਹੋ ਰਿਹਾ, ਸਕਰੀਨ ਤੇ ਦਰਸ਼ਨ ਕਰੋ, ਕਿ ਜਿਨੇ ਇੱਕੋ ਹੁਕਮ ਮੰਨ ਲਿਆ ਔਰ ਜਿਹੜਾ ਅਕਾਲ ਪੁਰਖ ਦਾ ਭਜਨ ਕਰਨਾ ਆਰੰਭ ਕਰ ਗਿਆ, ਉਹ ਹੈ ਖਾਲਸਾ, ਕਿਉਂਕਿ ਉਹ ਡਾਇਰੈਕਟ ਰਿਲੇਟਡ ਟੂ ਅਕਾਲ ਪੁਰਖ ਹੋ ਗਿਆ। ਠੀਕ ਹੈ ਜੀ। ਇੱਥੇ ਹੁਣ ਗੁਰੂ ਨਾਨਕ ਸਾਹਿਬ ਇਹ ਕਹਿ ਰਿਹਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਜਿਹੜੀ ਉਸ ਵੇਲੇ ਚੀਜ਼ ਸੀ, ਅਵਸਥਾ ਸਮਾਜਿਕ ਚੱਲਦੀ ਸੀ, ਗੁਰੂ ਨਾਨਕ ਸਾਹਿਬ ਨੇ ਉਹ ਹੀ ਲਫ਼ਜ਼ ਜਿਹੜੇ ਹੈ ਸਾਨੂੰ ਆਪਣੀ ਗੁਰਬਾਣੀ ਚ ਢਾਲ ਕੇ ਦਿੱਤੇ ਹੈ ਕਿ ਮੈਂ ਹੁਣ ਜਿਹੜਾ ਮੈਂ ਆਪਣੇ ਆਪ ਨੂੰ ਅਕਾਲ ਪੁਰਖ ਦੇ ਅੱਗੇ ਵੇਚ ਦਿੱਤਾ ਹੈ। ਮੇਰਾ ਜਿਹੜਾ ਸੰਬੰਧ ਹੈ ਉਹ ਅਕਾਲ ਪੁਰਖ ਦੇ ਨਾਲ ਹੈ, ਤੇ ਮੈਂ ਉਹਦੇ ਭਾਣੇ ਚ ਆ। ਕਿਉਂਕਿ ਜਦੋਂ ਅਸੀਂ ਕਿਸੇ ਦੇ ਭਾਣੇ ਚ ਆ ਰਹੇ ਹਾਂ, ਜਿਸ ਤਰ੍ਹਾਂ ਮੈਂ ਐਗਜ਼ਾਮਪਲ ਲਈ ਹੈ ਸਲੇਵਰੀ ਦੀ, ਤੇ ਸਾਨੂੰ ਫਿਰ ਉਸ ਦਾ ਸੇਵਕ ਬਣਨਾ ਪਏਗਾ, ਕਿਉਂਕਿ ਉਹ ਬਹੁਤ ਵੱਡੀ ਸ਼ਕਤੀ ਹੈ, ਬਹੁਤ ਵੱਡੀ ਬੇਅੰਤਾ ਬੇਅੰਤ ਗੁਣ ਤੇਰੇ, ਜਿਹਦਾ ਕੋਈ ਅੰਤ ਹੀ ਨਹੀਂ ਸ਼ਕਤੀ ਦਾ। ਅਸੀਂ ਉਹਦੇ ਗੁਲਾਮ ਬਣਨਾ ਹੈ, ਉਹਦੇ ਸੇਵਕ ਬਣਨਾ ਹੈ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਸੋ ਜਦੋਂ ਮੈਂ ਅਕਾਲ ਪੁਰਖ ਦੇ ਪ੍ਰੇਮ ਦੇ ਵਿੱਚ ਆਪਣਾ ਆਪ ਅਕਾਲ ਪੁਰਖ ਨੂੰ ਦੇ ਦਿੱਤਾ, ਸਮਰਪਿਤ ਕਰ ਦਿੱਤਾ, ਮੈਂ ਉਹਦਾ ਗੁਲਾਮ ਹੋ ਗਿਆ, ਤਾਂ ਮੈਨੂੰ ਦੁਨੀਆ ਵੀ ਭਾਗਾਂ ਵਾਲਾ ਆਖਣ ਲੱਗ ਗਈ ਹੈ। ਇਹ ਕਹਿੰਦੇ ਬੰਦਾ ਬੜਾ ਸੁਭਾਗਾ ਹੈ ਤੇ ਬੜਾ ਨਾਮ ਅਭਿਆਸੀ ਹੈ, ਬੜਾ ਭਜਨ ਬੰਦਗੀ ਕਰਨ ਵਾਲਾ ਹੈ, ਇਹਨੇ ਤੇ ਆਪਣਾ ਸਾਰਾ ਜੀਵਨ ਨਾਮ ਕਮਾਈ ਦੇ ਉੱਤੇ ਲਾ ਦਿੱਤਾ, ਆ ਹੈ ਸੁਭਾਗਾ। ਕਹਿੰਦੇ ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਸੋ
ਗੁਰੂ ਦੇ ਬਚਨ ਦੇ ਇਵਜ਼ ਵਿੱਚ ਮੈਂ ਆਪਾ ਭਾਵ ਵੇਚ ਦਿੱਤਾ, ਆਪਾ ਭਾਵ ਸਮਰਪਿਤ ਕਰ ਦਿੱਤਾ। ਹੁਣ ਜਿਹੜੇ ਕੰਮ ਦੇ ਵਿੱਚ ਮੈਨੂੰ ਗੁਰੂ ਲਾਉਂਦਾ ਹੈ, ਮੈਂ ਉਸ ਕੰਮ ਦੇ ਵਿੱਚ ਲੱਗਾ ਰਹਿਣਾ। ਇਹ ਹੁੰਦਾ ਖਾਲਸਾ। ਬਿਕੋਜ਼ ਬਾਬਾ ਨਾਨਕ ਇੱਥੇ ਸਾਨੂੰ ਸਾਡੇ ਥਾਂ ਤੇ ਆ ਕੇ ਸਮਝਾ ਰਹੇ ਨੇ। ਬਾਬਾ ਨਾਨਕ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਆ, ਲੇਕਿਨ ਸਾਡੇ ਥਾਂ ਤੇ ਆ ਕੇ ਉਹਨਾਂ ਨੇ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਕਿ ਸਾਨੂੰ ਆਪਣਾ ਆਪ ਸਮਰਪਣ ਕਰਨਾ ਪੈਣਾ ਹੈ, ਆਪਣਾ ਆਪ ਜਿਹੜਾ ਦੇਣਾ ਪੈਣਾ ਹੈ ਉਸ ਗੁਰੂ ਦੇ ਅੱਗੇ। ਤੇ ਫਿਰ ਇਸ ਸ਼ਬਦ ਦੀ ਰਹਾਉ ਹੈ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਏ। ਫਿਰ ਜਦੋਂ ਬੰਦਾ ਗੁਲਾਮ ਹੋ ਜਾਂਦਾ ਹੈ ਤੇ ਫਿਰ ਉਹਦੀ ਕੀ ਮਜਾਲ ਹੈ ਵੀ ਉਹ ਕੋਈ ਚਤੁਰਾਈ ਕਰੇ, ਉਹ ਕੋਈ ਅਕਾਲ ਪੁਰਖ ਦੇ ਭਾਣੇ ਤੋਂ ਉਲਟ ਕੋਈ ਕੰਮ ਕਰੇ, ਜਾਂ ਉਹ ਗੁਰਬਾਣੀ ਦੇ ਗਿਆਨ ਤੋਂ ਉਲਟ ਕੋਈ ਕੰਮ ਕਰੇ। ਆ ਮੈਂ ਸ਼ਬਦ ਸ਼ੇਅਰ ਕਰਨ ਲੱਗਾ, ਤੇਰੇ ਲਾਲੇ ਕਿਆ ਤੇਰੇ ਲਾਲੇ ਕਿਆ ਚਤੁਰਾਈ। ਇਹ ਹੈ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ, ਤੇਰੇ ਲਾਲੇ ਕਿਆ ਚਤੁਰਾਈ। ਮੈਨੂੰ ਤੇਰੇ ਗੁਲਾਮ ਨੂੰ ਅਜੇ ਪੂਰੀ ਸਮਝ ਨਹੀਂ ਆਈ ਹੈ ਵੀ ਮੈਂ ਕੀ ਚਤੁਰਾਈ ਕਰ ਸਕਦਾ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਸੋ ਗੁਲਾਮ ਬਣ ਕੇ ਵੀ ਅਕਾਲ ਪੁਰਖ ਦਾ, ਇਹ ਗੁਰੂ ਨਾਨਕ ਦੇ ਘਰ ਦੀ ਗਰੀਬੀ ਹੈ। ਇੰਨੀ ਗਰੀਬੀ ਦੇ ਵਿੱਚ ਹੁਕਮ ਵੀ ਮੰਨ ਰਹੇ ਨੇ ਔਰ ਫਿਰ ਵੀ ਗਰੀਬੀ ਦੇ ਵਿੱਚ ਆ ਰਹੇ ਨੇ ਕਿ ਮੇਰੇ ਤੋਂ ਜਪਿਆ ਨਹੀਂ ਜਾਂਦਾ, ਮੇਰੀ ਕੋਈ ਚਤੁਰਾਈ ਨਹੀਂ ਹੈ। ਇਹ ਹੈ ਖਾਲਸੇ ਦਾ ਰੂਪ। ਸੋ ਇਹ ਜਿਹੜਾ ਹਰ ਇੱਕ ਬੰਦਾ ਨਾਮ ਦੇ ਅੱਗੇ ਖਾਲਸਾ ਖਾਲਸਾ ਜਾਂ ਖਾਲਸਾ ਸਾਜਨਾ ਦਿਵਸ ਜਿਹੜਾ ਅਸੀਂ ਕਹਿ ਦਿੰਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਲਫ਼ਜ਼ ਗੁਰੂ ਨਾਨਕ ਕਾਲ ਤੋਂ ਵੀ ਪਹਿਲੇ ਦਾ ਹੈ। ਖਾਲਸਾ ਕਬੀਰ ਸਾਹਿਬ ਨੇ ਇਹ ਉਜਾਗਰ ਕੀਤਾ ਲਫ਼ਜ਼ ਕਿ ਸਿੱਧਾ ਜਿਹੜਾ ਸੰਬੰਧ ਹੈ ਉਹ ਅਕਾਲ ਪੁਰਖ ਦੇ ਨਾਲ ਹੈ। ਫਿਰ ਇੱਕ ਮਹੱਲੇ ਪੰਜਵੇਂ ਦਾ ਸ਼ਬਦ ਹੈ, ਕਹਿੰਦੇ ਜੀ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ। ਮੇਰਾ ਮਾਲਕ ਜਿਹੜਾ ਹੈ ਉਹ ਸੱਚਾ ਸਾਹਿਬ ਸਦਾ ਹੀ ਕਾਇਮ ਹੈ ਤੇ ਮੈਂ ਉਸ ਦਾ ਮੁੱਲ ਖਰੀਦ ਗੁਲਾਮ ਹਾਂ। ਦੋ ਤਰ੍ਹਾਂ ਦੀਆਂ ਜ਼ਮੀਨਾਂ ਦੀਆਂ ਜਿਹੜਾ ਪ੍ਰਬੰਧ ਚੱਲਦਾ ਸੀ, ਅੱਜ ਕੱਲ੍ਹ ਵੀ ਇਸ ਤਰ੍ਹਾਂ ਹੀ ਹੈ। ਇੱਕ ਆਪਾਂ ਗਹਿਣੇ ਰੱਖਦੇ ਹਾਂ ਜ਼ਮੀਨ, ਔਰ ਇੱਕ ਬੈ ਕਰ ਦਿੰਦੇ ਹਾਂ ਕਿ ਦੂਸਰੇ ਦੇ ਨਾਮ ਦੇ ਉੱਤੇ ਰਜਿਸਟਰੀ ਕਰਵਾ ਦਿੰਦੇ ਹਾਂ, ਉਹਨੂੰ ਅਸੀਂ ਵੇਚ ਦਿੰਦੇ ਹਾਂ। ਮਤਲਬ ਆਪਣੀ ਜ਼ਮੀਨ ਅਸੀਂ ਕਿਸੇ ਨੂੰ ਵੇਚੀਏ ਰਜਿਸਟਰੀ ਕਰਵਾ ਕੇ, ਤੇ ਉਹਦਾ ਮਾਲਕ ਫਿਰ ਉਹ ਬਣ ਜਾਂਦਾ। ਜਿਹੜੀ ਗਹਿਣੇ ਹੁੰਦੀ ਹੈ ਜ਼ਮੀਨ, ਉਹ ਆਪਾਂ ਕੁਝ ਪੈਸੇ ਲੈ ਕੇ ਉਹਨਾਂ ਤੋਂ ਉਹਨੇ ਚਿਰ ਵਾਸਤੇ ਉਹਨਾਂ ਨੂੰ ਦੇ ਦਿੰਦੇ ਹਾਂ, ਫਿਰ ਪੈਸੇ ਦੇ ਕੇ ਉਹ ਜ਼ਮੀਨ ਆਪਾਂ ਛਡਾ ਲੈਂਦੇ ਹਾਂ, ਉਹਨੂੰ ਕਹਿੰਦੇ ਗਹਿਣੇ ਰੱਖਣੇ। ਸੋ ਇਹ ਮਹੱਲਾ ਪੰਜਵਾਂ ਇੱਥੇ ਕਹਿੰਦੇ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ। ਕਹਿੰਦੇ ਮੇਰਾ ਮਾਲਕ ਤਾਂ ਹੁਣ ਜਿਹੜਾ ਸਦਾ ਕਾਇਮ ਰਹਿਣ ਵਾਲਾ ਸਾਹਿਬ ਹੈ, ਮੇਰਾ ਮਾਲਕ ਉਹ ਹੈ ਤੇ ਮੈਂ ਉਸ ਦਾ ਮੁੱਲ ਖਰੀਦ ਗੁਲਾਮ ਹਾਂ। ਜੀਓ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ। ਸੋ ਆ ਹੈ ਜਿਹਦੀ ਜਿੰਦ ਵੀ, ਜਿਹਦਾ ਸਰੀਰ ਵੀ ਅਕਾਲ ਪੁਰਖ ਨੂੰ ਸਮਰਪਿਤ ਹੋਵੇ, ਅਕਾਲ ਪੁਰਖ ਦੇ ਕੁੱਲ ਬਾਣੀ ਦਾ ਅਭਿਆਸ ਉਹਦਾ ਹੋਵੇ, ਔਰ ਨਾਮ ਜਪ ਜਪ ਕੇ ਉਹ ਅਕਾਲ ਪੁਰਖ ਦਾ ਸੇਵਕ ਬਣਿਆ ਹੋਵੇ, ਆਤਮਿਕ ਚੜ੍ਹਾਈ ਹੋਵੇ, ਔਰ ਲਗਾਤਾਰ ਉਹ ਨਾਮ ਸਿਮਰਨ ਦਾ ਜਿਹੜਾ ਅਭਿਆਸ ਕਰ ਰਿਹਾ ਹੋਵੇ, ਉਹਨੂੰ ਕਿਹਾ ਜਾਂਦਾ ਖਾਲਸਾ, ਕਿਉਂਕਿ ਉਹ ਡਾਇਰੈਕਟ ਰਿਲੇਟਡ ਟੂ ਗੋਡ ਹੈ। ਔਰ ਜਿਹਨੂੰ ਅਕਾਲ ਪੁਰਖ ਸਿੱਧਾ ਹੁਕਮ ਕਰਦਾ ਵੀ ਆਹ ਕੰਮ ਹੁਣ ਤੂੰ, ਤੇਰੀ ਸੇਵਾ ਲੱਗਣ ਲੱਗੀ ਹੈ, ਆਹ ਕੰਮ ਤੂੰ ਕਰਕੇ ਜਾ। ਸੋ ਕਈ ਤਰ੍ਹਾਂ ਦੇ ਇਹ ਸੇਵਾ ਅਕਾਲ ਪੁਰਖ ਆਪਣੇ ਸੇਵਕਾਂ ਨੂੰ ਬਖਸ਼ਿਸ਼ ਕਰਦੇ ਆ। ਇਹ ਤਾਂ ਆਪਾਂ ਬਹੁਤ ਡਿਟੇਲ ਚ ਆਪਾਂ ਗੱਲ ਕਰਨੀ ਹੈ, ਕਿਉਂਕਿ ਇਹ ਬੜਾ ਜਿਹੜਾ ਸ਼ਬਦ ਖਾਲਸੇ ਦਾ ਸਾਨੂੰ ਕਲੀਅਰ ਹੋਣਾ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ ਸਾਡੇ ਕੋਲ ਸ਼ਬਦ ਆਉਂਦਾ ਹੈ, ਸਤਿਗੁਰ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ। ਆਪਣਾ ਜਿਹੜਾ ਸੀਸ ਭੇਟ ਕਰਨਾ, ਆਪਣੀ ਮੱਤ ਜਿਹੜੀ ਹੈ ਅਕਾਲ ਪੁਰਖ ਦੇ ਅੱਗੇ ਭੇਟ ਕਰਦੇ ਨਹੀਂ, ਭਾਵ ਕਿ ਅਕਾਲ ਪੁਰਖ ਦੇ ਹੁਕਮ ਨਾਲ ਹੀ ਜੋ ਕਰਨਾ ਹੈ ਉਹ ਕਰਨਾ। ਜੋ ਅਕਾਲ ਪੁਰਖ ਦਾ ਹੁਕਮ ਸਾਨੂੰ ਗੁਰਬਾਣੀ ਦੇ ਵਿੱਚ ਹੈ, ਗੁਰੂ ਸਾਹਿਬਾਨ ਨੇ ਸਾਨੂੰ ਗੁਰਬਾਣੀ ਸੱਚਖੰਡ ਚੋਂ ਲਿਆ ਕੇ ਦਿੱਤੀ ਹੈ, ਇਹ ਗਿਆਨ ਬ੍ਰਹਮ ਗਿਆਨ ਸਾਨੂੰ ਪੋਥੀ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਅਸੀਂ ਉਸ ਨੂੰ ਸਮਰਪਿਤ ਹੋਣਾ, ਨਾ ਕਿ ਕਰਮ ਕਾਂਡਾਂ ਨੂੰ। ਕਹਿੰਦੇ ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਪਰ ਇਹ ਅਕਾਲ ਪੁਰਖ ਦੀ ਬਖਸ਼ਿਸ਼ ਬੜੀ ਜ਼ਰੂਰੀ ਹੈ ਇਹਦੇ ਵਾਸਤੇ। ਸੋ ਫਿਰ ਮਹੱਲੇ ਪੰਜਵੇਂ ਦਾ ਸ਼ਬਦ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੇ ਪ੍ਰਭੂ ਹਰ ਦਰਗੇ ਕਾ ਬਸੀਠ।
हर नामो मंत्र दिरणाइंदा कट्टे हौमै रोग, नानक सतगुर तिन्हां मिलाया जिन्हां धुरे पया संजोग। ਇਹ ਸੰਜੋਗ ਦੇ ਨਾਲ ਜਿਹੜੇ ਐਸ ਜਨਮ ਦੇ ਵਿੱਚ ਆ ਕੇ, ਐਸ ਜੂਨ ਦੇ ਵਿੱਚ ਆ ਕੇ, ਮਨੁੱਖਾ ਜੂਨ ਦੇ ਵਿੱਚ ਆ ਕੇ ਜਿਹੜੇ ਅਕਾਲ ਪੁਰਖ ਦੀ ਪ੍ਰਾਪਤੀ ਜਿਉਂਦੇ ਜੀ ਕਰ ਲੈਂਦੇ ਆ। ਸੋ ਇਹ ਜਿਹੜਾ ਕਨਸੈਪਟ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ, ਇਹ ਜਿਉਂਦੇ ਜੀ ਹੈ। ਜਿਉਂਦੇ ਜੀ ਅਕਾਲ ਪੁਰਖ ਦੇ ਦਰਸ਼ਨ ਔਰ ਜਿਉਂਦੇ ਜੀ ਅਕਾਲ ਪੁਰਖ ਵਿੱਚ ਸਮਾਉਣਾ, ਉਹਨੂੰ ਅਸੀਂ ਕਹਿੰਦੇ ਹਾਂ ਜੋਤੀ ਜੋਤ ਜਿਹੜੀ ਮਿਲ ਜਾਂਦੀ ਹੈ। ਇਹ ਵੀ ਲਫ਼ਜ਼ ਮੈਂ ਆਪ ਜੀ ਨੂੰ ਹਲਕਾ ਜਿਹਾ ਕਲੀਅਰ ਕਰਦਾ ਜਾਣਾ ਕਿ ਜਦੋਂ ਕੋਈ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਚੜ੍ਹਾਈ ਕਰਦੇ ਨੇ, ਜਾਂ ਉਹਨਾਂ ਦਾ ਕੋਈ ਜਿਹੜਾ ਅਸੀਂ ਉਹਨੂੰ ਕਹਿ ਦਿੰਦੇ ਹਾਂ ਕਿ ਉਹ ਜੋਤੀ ਜੋਤ ਸਮਾ ਗਏ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੋਤੀ ਜੋਤ ਸਮਾ ਗਏ। ਉਹ ਨਹੀਂ ਭਾਈ, ਇਹ ਉਸ ਵੇਲੇ ਕਹਿਣਾ ਗਲਤ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੋਤੀ ਜੋਤ ਜਿਉਂਦੇ ਜੀ ਹੀ ਸਮਾ ਗਏ ਸੀ। ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਅਕਾਲ ਪੁਰਖ ਦਾ ਰੂਪ ਜਿਉਂਦੇ ਜੀ ਹੀ ਹੋ ਗਏ ਸੀ। ਇਹ ਸਾਨੂੰ ਉਹਨਾਂ ਨੇ ਆਪਣੇ ਸਾਰੇ ਬ੍ਰਹਮ ਗਿਆਨ ਦੇ ਵਿੱਚ ਦੱਸਿਆ, ਔਰ ਅਸੀਂ ਇਹ ਹੌਲੀ ਹੌਲੀ ਡਿਸਕਸ ਕਰਾਂਗੇ। ਸੋ ਇਹ ਹੈ ਖਾਲਸੇ ਦਾ ਲਫ਼ਜ਼। ਖਾਲਸਾ ਹਰ ਕੋਈ ਨਹੀਂ ਬਣ ਸਕਦਾ ਵੀ ਤੁਸੀਂ ਦਸਤਾਰ ਸਜਾ ਲਈ ਹੈ, ਦਾੜਾ ਖੁੱਲਾ ਛੱਡਿਆ, ਗਾਤਰਾ ਚੌੜਾ ਜਿਹਾ ਉੱਤੋਂ ਪਾ ਲਿਆ ਤੇ ਆਪਾਂ ਕਵਾਂਗੇ ਜੀ ਅਸੀਂ ਖਾਲਸੇ ਹਾਂ। ਸੋ ਇਹ ਹੈਂਕੜਬਾਜੀ ਚ ਨਹੀਂ ਆਪਾਂ ਇਹਨੂੰ ਖਾਲਸਾ ਲਫ਼ਜ਼ ਦੱਸਣਾ ਕਿ ਸਾਡਾ ਸਰੂਪ ਬੜਾ ਸੋਹਣਾ, ਅਸੀਂ ਸਾਬਤ ਸੂਰਤ ਤੇ ਅਸੀਂ ਖਾਲਸੇ ਹਾਂ। ਇਹ ਠੀਕ ਹੈ, ਸਾਨੂੰ ਸਾਡਾ ਸਰੂਪ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਸਾਹਿਬਾਨ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ ਕੀਤਾ ਹੈ। ਅਸੀਂ ਉਹਦੀ ਜੀ ਜਾਨ ਨਾਲ ਕਦਰ ਕਰਦੇ ਹਾਂ ਔਰ ਉਹਦੀ ਸੰਭਾਲਤਾ ਕਰਾਂਗੇ। ਲੇਕਿਨ ਜਿਹੜਾ ਲਫ਼ਜ਼ ਹੈ ਖਾਲਸੇ ਦਾ, ਉਹ ਅਸੀਂ ਸਹੀ ਥਾਂ ਤੇ ਜਾ ਕੇ ਗੁਰਬਾਣੀ ਦੇ ਅਕੋਰਡਿੰਗਲੀ ਆਪਾਂ ਇਸ ਨੂੰ ਪੂਰਾ ਅੱਗੇ ਜਾ ਕੇ ਘੋਖਾਂਗੇ ਕਿ ਖਾਲਸਾ ਕੌਣ ਹੈ। ਮੈਂ ਮੋਟਾ ਮੋਟਾ ਆਪ ਜੀ ਨੂੰ ਐਕਸਪਲੇਨ ਕਰ ਦਿੱਤਾ। ਸੋ ਇਹ ਚੀਜ਼ ਆਪਣੇ ਮਾਈਂਡ 'ਚ ਰੱਖਣੀ ਆ। ਅਸੀਂ ਅਗਲੀਆਂ ਬੈਠਕਾਂ ਦੇ ਵਿੱਚ ਜਾ ਕੇ ਇਹ ਚੀਜ਼ ਆਪਾਂ ਕੱਢ ਕੇ ਲੈ ਕੇ ਆਵਾਂਗੇ ਕਿ ਗੁਰਬਾਣੀ ਦੇ ਅਕੋਰਡਿੰਗਲੀ ਖਾਲਸਾ ਕੌਣ ਹੈ। ਹੁਣ ਸਾਡਾ ਸ਼ਬਦ ਸੀ ਰਾਮ ਹਮ ਸਤਗੁਰ ਪਾਰ ਬ੍ਰਹਮ ਕਰ ਮੰਨੈ। ਇਹ ਸ਼ਬਦ ਅਸੀਂ ਪਿਛਲੀ ਵਾਰੀ ਸਾਰਿਆਂ ਨਾਲ ਸ਼ੇਅਰ ਕੀਤਾ ਸੀ ਕਿ ਅਸੀਂ ਅਗਲੀ ਵਾਰੀ ਜਾ ਕੇ ਇਹ ਸ਼ਬਦ ਵਿਚਾਰਨਾ ਹੈ। ਸੋ ਬਹੁਤ ਗੁਰਮੁਖ ਸੱਜਣ ਪਿਛਲੀ ਵਾਰੀ ਕਈ ਸੰਡੇ ਨੂੰ ਕਾਲਸ ਵੀ ਹੁੰਦੀਆਂ ਨੇ, ਵੀਕਡੇ 'ਚ ਵੀ ਕਾਲ ਹੁੰਦੀਆਂ ਨੇ। ਮੈਂ ਉਹਨਾਂ ਨੇ ਖਾਸ ਤੌਰ ਤੇ ਬੇਨਤੀ ਕੀਤੀ ਮੈਨੂੰ ਕਿ ਮਨ ਦੇ ਉੱਤੇ ਅਸੀਂ ਬੜੇ ਸਖਤ ਬਚਨਾਂ ਵਾਲੇ ਜਿਹੜੇ ਸ਼ਬਦ ਆਪਾਂ ਲੈ ਰਹੇ ਹਾਂ, ਕਰਮ ਕਾਂਡ ਦੇ ਉੱਤੇ ਲੈ ਰਹੇ ਹਾਂ, ਤੇ ਕੋਈ ਹੁਣ ਐਸਾ ਸ਼ਬਦ ਜਿਹੜਾ ਸ਼ੇਅਰ ਕਰੋ ਕਿ ਜਿਹਦੇ ਵਿੱਚ ਪਰਮਾਤਮਾ ਦਾ ਪਿਆਰ ਜਿਹੜਾ ਹੈ ਉਹ ਸਾਨੂੰ ਪ੍ਰਗਟ ਹੁੰਦਾ ਨਜ਼ਰ ਆਵੇ। ਸੋ ਇਹ ਸ਼ਬਦ ਚੂਜ਼ ਕੀਤਾ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ, ਰਾਮ ਹਮ ਸਤਗੁਰ ਪਾਰ ਬ੍ਰਹਮ ਕਰ ਮੰਨੈ। ਇਹ ਸ਼ਬਦ ਹੈ ਜੀ ਸਾਡਾ ਇਸ ਬੈਠਕ ਦਾ। ਆਪਾਂ ਹੁਣ ਇਹ ਬੈਠਕ ਸ਼ੁਰੂਆਤ ਕਰ ਰਹੇ ਹਾਂ ਆਪਣੇ ਸ਼ਬਦ ਦੀ, ਕਿਉਂਕਿ ਪਿਛਲੀ ਵਾਰੀ ਲਾਸਟ ਤੁਕਾਂ ਦੇ ਉੱਤੇ ਜਿਹੜਾ ਅਸੀਂ ਕਬੀਰ ਸਾਹਿਬ ਦਾ ਸ਼ਬਦ ਲਿਆ ਸੀਗਾ, ਉਹ ਲਾਸਟ ਤੁਕਾਂ ਦੇ ਉੱਤੇ ਮੇਰੀ ਤਸੱਲੀ ਨਹੀਂ ਸੀ ਹੋਈ। ਮੈਂ ਖਾਲਸੇ ਦਾ ਲਫ਼ਜ਼ ਐਕਸਪਲੇਨ ਕਰਨਾ ਚਾਹੁੰਦਾ ਸੀ, ਲੇਕਿਨ ਇਹ ਟਾਈਮ ਦੀ ਰਿਸਟ੍ਰਿਕਸ਼ਨ ਕਰਕੇ ਮੈਨੂੰ ਫਿਰ ਉੱਥੇ ਸਮਾਪਤੀ ਕਰਨੀ ਪਈ ਸੀ। ਤਾਂ ਮੈਂ ਅੱਜ ਇਹ ਪਹਿਲਾਂ 20-25 ਮਿੰਟ ਖਾਲਸੇ ਦੇ ਸ਼ਬਦ ਦੇ ਉੱਤੇ ਲਾਏ ਹੈ। ਬਈ ਖਾਲਸਾ ਇਸ ਤਰ੍ਹਾਂ ਨਹੀਂ ਹੈ ਕਿ ਖਾਲਸਾ ਕੋਈ ਡਰੈਸ ਰੂਪ ਹੈ। ਖਾਲਸਾ ਜਦੋਂ ਤੁਸੀਂ 6ਵੇਂ ਪਾਤਸ਼ਾਹ ਦੇ ਹੁਕਮਨਾਮੇ ਵੀ ਪੜ੍ਹ ਰਹੇ ਹੋ, ਉਹਨਾਂ ਨੇ ਆਪਣੇ ਹੁਕਮਨਾਮੇ ਦੇ ਵਿੱਚ ਸੰਗਤ ਔਰ ਮੇਰੀ ਖਾਲਸਾ ਸੰਗਤ ਦਾ ਲਫ਼ਜ਼ ਇਸਤੇਮਾਲ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਇਹ ਡਾਕਟਰ ਗੰਡਾ ਸਿੰਘ ਹਿਸਟੋਰੀਅਨ ਦੀ ਪੁਸਤਕ ਹੈ, ਉਹਨਾਂ ਨੇ ਹੁਕਮਨਾਮੇ ਦੀ ਕਲੈਕਸ਼ਨ ਕੀਤੀ ਹੈ ਸਾਰਿਆਂ ਦੀ, ਔਰ ਉਹ ਹੁਕਮਨਾਮੇ ਸਾਰੇ ਆਪ ਜੀ ਪੁਸਤਕਾਂ ਮਿਲਦੀਆਂ ਨੇ, ਦਰਸ਼ਨ ਕਰਕੇ ਪੜ੍ਹ ਸਕਦੇ ਹੋ। ਅੱਗੇ ਜਾ ਕੇ ਅਸੀਂ ਸਾਰੇ ਰੈਫਰੈਂਸਿਸ ਜਿਹੜੇ ਚੰਗੇ ਇਤਿਹਾਸਕਾਰ ਹੋਏ ਆ, ਜਿਨ੍ਹਾਂ ਨੇ ਗੁਰਬਾਣੀ ਦੇ ਅਕੋਰਡਿੰਗਲੀ ਆਪਣੀ ਰਿਸਰਚ ਕੀਤੀ ਹੈ, ਉਹਨਾਂ ਦਾ ਅਸੀਂ ਨਾਮ ਲੈ ਕੇ ਔਰ ਪੁਸਤਕਾਂ ਦੇ ਪੰਨਾ ਨੰਬਰ ਵੀ ਸਾਰਿਆਂ ਨੂੰ ਦੱਸਿਆ ਕਰਾਂਗੇ ਇੱਥੇ ਇਸ ਬੈਠਕ ਦੇ ਵਿੱਚ। ਸੋ ਇਹ ਸ਼ਬਦ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ। ਗੁਰੂ ਰਾਮਦਾਸ ਪਾਤਸ਼ਾਹ ਦੀ ਸਾਰੀ ਜਿਹੜੀ ਤਕਰੀਬਨ ਬਾਣੀ ਹੈ, ਉਹ ਬੜੀ ਪਿਆਰ ਵਾਲੀ ਔਰ ਨਿਮਰਤਾ ਪੂਰਵਕ ਜਿਹੜੀ ਹੈ ਉਹਦੇ 'ਚ ਲਫ਼ਜ਼ ਆਉਂਦੇ ਨੇ, ਔਰ ਬੜੀ ਗਰੀਬੀ 'ਚ ਬਾਣੀ ਲਿਖੀ ਹੋਈ ਹੈ।
गौड़ी पूर्वी महला चौथा। सो बड़े आपां ध्यान दे नाल ये चीज़ सुननी है, क्योंकि आपां हले अपनी अपनी हले असी इंटरनल आत्मक जिहड़ी है चढ़ाई करन दी कोशिश विच आ कि आत्मक सानू बल मिले, सानू ये जिहड़ा ब्रह्म ज्ञान साडे कोल इन्ना वड्डा, असीं इहनूं मत्थे ना टेकदे रहीए, असीं इहदे चों कुछ सिੱਖ के अपने जीवन च भी लैके जाइए, अपनी प्रैक्टिकल लाइफ दे विच साडे कोल होवे। ये कह रहे हैं जी, राम हम सतगुर पार ब्रह्म कर माने। मैं सतगुरु नूं आत्मक जीवन विच राम पार ब्रह्म दे बराबर मान लिया है। सो ये ਅਸੀਂ ਸ਼ਬਦ ਸਭ ਤੋਂ ਪਹਿਲਾਂ ਜਿਹੜਾ ਅਸੀਂ ਸ਼ਬਦ ਵਿਚਾਰਿਆ ਸੀਗਾ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਵੈ ਗੋ ਖਰੇ ਖਰੋਏ ਬੈਠਤ ਊਠਤ ਮਾਰਗ ਪੰਥ ਧਿਆਵੈ ਗੋ। ਇਹ ਸ਼ਬਦ ਅਸੀਂ ਸਭ ਤੋਂ ਪਹਿਲਾਂ ਵਿਚਾਰਿਆ ਸੀ। ਮੇਰਾ ਖਿਆਲ ਦੂਜੇ ਨੰਬਰ ਤੇ ਸ਼ਬਦ ਸੀ, ਪਹਿਲੇ ਨੰਬਰ ਤੇ ਖੂਬ ਤੇਰੋ ਨਾਮ ਸਾਡੀ ਪਹਿਲੀ ਬੈਠਕ ਦੇ ਵਿੱਚ। ਸੋ ਇਹ ਜਿਹੜਾ ਰਾਮ ਹੈ ਇੱਥੇ ਬਚਨ ਦਾ ਲਖਾਇਕ ਹੈ, ਕਿਉਂਕਿ ਅਕਾਲ ਪੁਰਖ ਦੇ ਬੇਅੰਤ ਨਾਮ ਨੇ, ਰਾਮ, ਹਰੀ, ਗੋਬਿੰਦ, ਰਿਸ਼ੀਕੇਸ਼, ਪਾਰ ਬ੍ਰਹਮ, ਨਾਰਾਇਣ, ਗੋਬਿੰਦ, ਕਈ ਨਾਮ ਨੇ, ਗੋਪਾਲ, ਬਹੁਤ ਨਾਮ ਨੇ ਅਕਾਲ ਪੁਰਖ ਦੇ ਬਾਣੀ 'ਚ। ਤਕਰੀਬਨ ਹਰ ਨਾਮ ਦੀ ਵਰਤੋਂ ਕੀਤੀ ਗਈ ਹੈ, ਤਕਰੀਬਨ। ਸੋ ਕਹਿੰਦੇ ਜਿਹੜਾ ਮੇਰਾ ਸਤਗੁਰ ਹੈ, ਮੈਂ ਉਸ ਬਚਨ ਨੂੰ ਹੀ ਸਤਗੁਰ ਆਪਣਾ ਪਾਰ ਬ੍ਰਹਮ ਮੰਨਦਾ ਹਾਂ। ਇਹ ਉਹ ਸ਼ਬਦ ਹੈ ਜਿਹੜਾ ਅਸੀਂ, ਜਿਹਦੀ ਰਹਾਉ ਦੀ ਤੁਕ ਸਾਨੂੰ ਪਾਤਸ਼ਾਹ ਬਖਸ਼ਿਸ਼ ਕਰਦੇ ਆ। ਮਨ ਗੁਰਮਤ ਰਸ ਗੁਣ ਗਾਵੇ ਗੋ, ਜਿਹਵਾ ਏਕ ਹੋਏ ਲੱਖ ਕੋਟੀ, ਲੱਖ ਕੋਟੀ ਕੋਟ ਧਿਆਵੇ। ਕਹਿੰਦੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਮੈਂ ਨਾਮ ਦੇ ਗੁਣ ਗਾਉਣੇ, ਨਾਮ ਦਾ ਸਿਮਰਨ ਕਰਨਾ, ਨਾਮ ਦਾ ਅਭਿਆਸ ਕਰਨਾ ਸ਼ੁਰੂ ਕੀਤਾ ਤੇ ਰਸਨਾ ਦੇ ਵਿੱਚ ਰਸ ਆ ਗਿਆ। ਫਿਰ ਮਨ ਗੁਰਮਤ, ਗੁਰੂ ਦੀ ਮੱਤ ਦੇ ਨਾਲ ਰਸ ਗੁਣ ਗਾਵੇ ਗੋ। ਜਦੋਂ ਐਸ ਜੇਬਾ ਦੇ ਅੰਦਰ ਨਾਮ ਸਿਮਰਨ ਦਾ ਰਸ ਆ ਗਿਆ, ਫਿਰ ਅੱਗੇ ਬੇਨਤੀ ਹੋਈ ਕਿ ਜੇਵਾ ਏਕ ਹੋਏ ਲੱਖ ਕੋਟੀ, ਲੱਖ ਕੋਟੀ ਕੋਟ ਧਿਆਵੇ ਗੋ। ਪ੍ਰਮਾਤਮਾ ਐਸੀ ਬਖਸ਼ਿਸ਼ ਕਰ ਕਿ ਇਹ ਲੱਖਾਂ ਕਰੋੜਾਂ ਦੀ ਜਿਹੜੀ ਕੋਈ ਬਖਸ਼ਿਸ਼ ਕਰਕੇ ਮੇਰੀਆਂ ਜੀਬਾਂ ਜਿਹੜੀਆਂ ਲੱਖਾਂ ਕਰੋੜਾਂ ਹੋ ਜਾਣੇ, ਤੇ ਰਸ ਹੀ ਬੜਾ ਕਮਾਲ ਦਾ ਨਾਮ ਸਿਮਰਨ ਦਾ, ਤੇ ਮੈਂ ਉਹ ਲੱਖਾਂ ਕਰੋੜਾਂ ਜੇਬਾਂ ਦੇ ਨਾਲ ਤੇਰਾ ਭਜਨ ਕਰਾਂ, ਤੇਰੀ ਭਜਨ ਬੰਦਗੀ ਕਰਾਂ। ਇਹ ਬੜਾ ਜ਼ਰੂਰੀ ਵਿਸ਼ਾ ਜਿਹੜਾ ਅੱਜ ਕੱਲ੍ਹ ਵੀ ਇੱਕ ਹੋਰ ਨਵਾਂ ਜਥਾ ਨਿਕਲਿਆ ਅੱਜ ਕੱਲ੍ਹ, ਅਪਗ੍ਰੇਡ ਲਾਣਾ ਉਹਨੂੰ ਕਹਿੰਦੇ ਆ। ਉਹ ਨਾਮ ਸਿਮਰਨ ਦੀ ਗੱਲ ਹੀ ਨਹੀਂ ਕਰਦੇ। ਉਹ ਕਹਿੰਦੇ ਆ ਜੀ ਕੁਦਰਤੀ ਗੁਰੂ ਹੈ, ਬਸ ਆ ਸਾਰੀ ਸੇਵਾ ਸੰਭਾਲ ਕਰੋ, ਪਾਣੀ ਪੂਣੀ ਸਾਰਾ ਠੀਕ, ਬਹੁਤ ਅੱਛੀਆਂ ਗੱਲਾਂ ਨੇ। ਨਦੀਆਂ ਨਾਲੇ ਸਾਡੇ ਸਫਾਈ ਹੋਣੀ ਚਾਹੀਦੀ ਹੈ, ਕੁਦਰਤ ਦੀ ਸੰਭਾਲ ਹੋਣੀ ਚਾਹੀਦੀ ਹੈ, ਲੇਕਿਨ ਇਸ ਤੋਂ ਵੀ ਅੱਗੇ ਜਿਹਨੇ ਇਹ ਕੁਦਰਤ ਸਾਜੀ ਹੈ, ਅਸੀਂ ਉਸ ਸ਼ਕਤੀ ਨੂੰ, ਉਸ ਸ਼ਕਤੀ ਦੇ ਮਾਲਕ ਨੂੰ ਅਸੀਂ ਉਹਦੇ ਦਰਸ਼ਨ ਕਰਨੇ ਨੇ ਇਸ ਜੀਵਨ ਦੇ ਵਿੱਚ, ਔਰ ਹੁੰਦੇ ਨੇ। ਇਹ ਫਿਰ ਜਿਉਂ ਚਾਖ ਗੂੰਗਾ ਮੁਸਕਾਵਤ, ਕਹਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਹੈ। ਇਹ ਆਪਾਂ ਅੱਗੇ ਜਾ ਕੇ ਹੌਲੀ ਹੌਲੀ ਜਦੋਂ ਆਪਾਂ ਇਸ ਗਿਆਨ ਦੇ ਲੜ ਚੰਗੀ ਤਰ੍ਹਾਂ ਲੱਗ ਗਏ, ਆਪਾਂ ਇਹ ਚੀਜ਼ਾਂ ਵੀ ਖੋਲ ਦਾਂਗੇ ਕਿ ਪ੍ਰਮਾਤਮਾ ਦੇ ਦਰਸ਼ਨ ਸਾਨੂੰ ਕਿੱਥੇ ਹੋਣੇ ਹੈ, ਕਿਸ ਤਰ੍ਹਾਂ ਹੋਣੇ ਹੈ, ਉਹਦੇ ਲਈ ਸਾਨੂੰ ਕਰਨਾ ਕੀ ਪੈਣਾ। ਹੁਕਮ ਜਿਹੜਾ ਹੈ ਇਸ ਵੇਲੇ ਤੱਕ ਸਾਡੇ ਜਿਹੜੀ ਸਾਹਮਣੇ ਗੱਲ ਆ ਰਹੀ ਹੈ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾ ਫਲ ਕਾਮਾ। ਹੋਰ ਕਿਸੇ ਵੀ ਧਾਰਮਿਕ ਖੇਤਰ ਦੇ ਵਿੱਚ ਦਿਸਣ ਵਾਲੀ ਸੇਵਾ ਨੂੰ, ਮੈਂ ਪਹਿਲਾਂ ਚੰਗੀ ਤਰ੍ਹਾਂ ਨਿਖੇੜ ਕੇ ਆਇਆ ਇਸ ਨੂੰ, ਧਾਰਮਿਕ ਖੇਤਰ ਦੇ ਵਿੱਚ ਦਿਸਣ ਵਾਲੀ ਸੇਵਾ ਨੂੰ ਕੋਈ ਵੀ ਫਲ ਨਹੀਂ ਲੱਗੇਗਾ, ਕਿਉਂਕਿ ਧਾਰਮਿਕ ਸੇਵਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹੀ ਪ੍ਰਵਾਨ ਹੈ ਕਿ ਸਾਡਾ ਅਕਾਲ ਪੁਰਖ ਸਾਨੂੰ ਨਜ਼ਰ ਨਹੀਂ ਆ ਰਿਹਾ, ਸਾਨੂੰ ਨਹੀਂ ਪਤਾ ਅਕਾਲ ਪੁਰਖ ਕਿਸ ਤਰ੍ਹਾਂ ਦੇ ਨੇ, ਉਹ ਕਿੱਥੇ ਨੇ ਤੇ ਉਹਨਾਂ ਦਾ ਸਰੂਪ ਕੀ ਹੈ, ਰਾਈਟ। ਸੋ ਉਹਨਾਂ ਦੀ ਸੇਵਾ ਅਸੀਂ ਕਿਸ ਤਰ੍ਹਾਂ ਕਰੀਏ। ਚਰਨ ਪਰਸਨ ਦੀ ਗੱਲ ਆਈ ਹੈ, ਸੇਵਾ ਕਰਨ ਦੀ ਗੱਲ ਆਈ ਹੈ,
ਮੁੱਲ ਖਰੀਦੀ ਲਾਲਾ ਗੋਲਾ ਆਪਾਂ ਮਾਲਕ ਬਣਾਉਣਾ, ਉਸਨੂੰ ਸਾਹਿਬ ਬਣਾਉਣਾ, ਤੇ ਸਾਨੂੰ ਉਹਦਾ ਸਰੂਪ ਹੀ ਨਹੀਂ ਪਤਾ, ਉਹਦਾ ਐਡਰੈਸ ਹੀ ਨਹੀਂ ਪਤਾ, ਤੇ ਕਿੱਦਾਂ ਅਸੀਂ ਉਹਨੂੰ ਆਪਣਾ ਮਾਲਕ ਮੰਨਾਂਗੇ। ਸੋ ਇਸ ਵੇਲੇ ਸਾਡੇ ਕੋਲ ਜਿਹੜਾ ਸਾਡੇ ਤਖਤ ਤੇ ਗੁਰੂ ਬਿਰਾਜਮਾਨ ਹੈ ਉਹ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੋਰ ਕੋਈ ਵੀ ਲਿਖਤ ਐਸ ਗੁਰਬਾਣੀ ਦੇ ਲੈਵਲ ਦੀ ਨਹੀਂ ਹੈ, ਗੁਰਬਾਣੀ ਦੇ ਬਰਾਬਰ ਅਸੀਂ ਉਸ ਨੂੰ ਨਹੀਂ ਰੱਖ ਸਕਦੇ, ਕੋਈ ਵੀ ਲਿਖਤ। ਠੀਕ ਹੈ ਜੀ, ਇਹ ਆਪਣਾ ਭਰੋਸਾ ਲੈ ਕੇ ਆਓ। ਗੁਰਬਾਣੀ ਤੋਂ ਸਿਵਾਏ ਕੋਈ ਵੀ ਲਿਖਤ ਜੇ ਆਪਾਂ ਪੜਾਂਗੇ ਉਹ ਗੁਰਬਾਣੀ ਦੇ ਲੈਵਲ ਦੀ ਨਹੀਂ ਹੈ। ਗੁਰਬਾਣੀ ਤੋਂ ਅਲੱਗਾ ਉਸ ਦੇ ਵਿੱਚ ਗੱਲਾਂ ਕੀਤੀਆਂ ਹੋਣਗੀਆਂ, ਉਸ ਦੇ ਵਿੱਚ ਸਾਨੂੰ ਕਰਮ ਕਾਂਡਾਂ ਵੱਲ ਧੱਕਿਆ ਹੋਊਗਾ। ਇਹ ਆਪਾਂ ਗੁਰਬਾਣੀ ਦੇ ਨਾਲ ਨਾਲ ਅੱਗੇ ਸਾਰਾ ਕੁਝ ਪੁਸਤਕਾਂ ਲੈ ਕੇ ਪੜ੍ਹ ਕੇ ਅਸੀਂ ਸਾਰੀਆਂ ਆਪ ਘੋਖ ਕੇ ਦੇਖੀਆਂ ਨੇ, ਸਟੱਡੀ ਕੀਤੀ ਹੈ। ਇਸ ਵੇਲੇ ਮੈਂ ਜ਼ਿਕਰ ਨਹੀਂ ਕਰਨਾ, ਲੇਕਿਨ ਅੱਗੇ ਜਾ ਕੇ ਮੈਂ ਜ਼ਰੂਰ, ਜਿੱਦਾਂ ਮੈਂ ਦੱਸਿਆ, ਰੈਫਰੈਂਸ ਦੇ ਕੇ ਚੀਜ਼ਾਂ ਪੜ੍ਹ ਕੇ ਔਰ ਉਹਨੂੰ ਗੁਰੂ ਕੀ ਬਾਣੀ ਦੇ ਨਾਲ ਮੈਚ ਕਰਕੇ ਆਪਾਂ ਇੱਥੇ ਸਕਰੀਨ ਤੇ ਤੁਹਾਨੂੰ ਦਰਸ਼ਨ ਕਰਾਉਣੇ ਨੇ ਕਿ ਇਹ ਚੀਜ਼ਾਂ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਸੱਜੇ ਪਾਸੇ ਮੁੜ, ਤੇ ਦੂਸਰੀਆਂ ਚੀਜ਼ਾਂ ਸਾਨੂੰ ਕਹਿ ਰਹੀਆਂ ਖੱਬੇ ਪਾਸੇ ਮੁੜ। ਇੰਨਾ ਕੁ ਮੈਂ ਹਲੇ ਐਕਸਪਲੇਨ ਕਰੂੰਗਾ, ਇਸ ਤੋਂ ਇਲਾਵਾ ਕੁਝ ਨਹੀਂ। ਅੱਗੇ ਜਾ ਕੇ ਜ਼ਰੂਰ ਇਸ ਚੀਜ਼ ਨੂੰ ਖੋਲਾਂਗੇ। ਸੋ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਉਹ ਜਿਹੜਾ ਬਚਨ ਹੈ ਸਤਿਗੁਰੂ ਦਾ, ਜਿਹੜਾ ਸਾਨੂੰ ਗੁਰੂ ਕੇ ਪੰਜ ਪਿਆਰੇ ਜਦੋਂ ਅਸੀਂ ਦੀਖਿਆ ਲਈ ਦੀ ਹੈ, ਜਦੋਂ ਅਸੀਂ ਖੰਡੇ ਬਾਟੇ ਦੀ ਪੌਲ ਛਕੀ ਦੀ ਹੈ, ਉਹ ਸਾਨੂੰ ਉੱਥੇ ਸ਼ਬਦ ਬਚਨ ਦ੍ਰਿੜਾਇਆ ਜਾਂਦਾ। ਕਹਿੰਦੇ ਆ ਛਿੱਟੇ ਮਾਰ ਕੇ ਬਾਰ ਕਹਿੰਦੇ ਆ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਅਬਲਾਖੀ ਜਿਹੜਾ ਹੈ ਉਹ ਖੰਡੇ ਬਾਟੇ ਦੀ ਪੌਲ ਛਕਦਾ ਹੋਇਆ, ਛਕ ਕੇ ਫਿਰ ਉਹ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਉਹਦੇ ਵਿੱਚ ਉਸ ਨੂੰ, ਅਬਲਾਖੀ ਨੂੰ ਉਹ ਸ਼ਬਦ ਮਿਲਦਾ। ਇਹ ਹਰ ਧਰਮ ਦੀ ਆਪਣੀ ਆਪਣੀ ਵਿਧੀ ਹੈ। ਮੇਰੇ ਕਈ ਦੋਸਤ ਨੇ ਜਿਹੜੇ ਦੂਸਰੇ ਧਰਮਾਂ ਦੇ ਨਾਲ ਸੰਬੰਧਿਤ ਨੇ, ਸ਼ਾਇਦ ਇਸ ਮੀਟਿੰਗ ਵਿੱਚ ਵੀ ਨੇ ਉਹ, ਤੇ ਉਹ ਮੈਂ ਪੂਰਾ ਸਤਿਕਾਰ ਕਰਦਾ ਹਰ ਧਰਮ ਦਾ, ਲੇਕਿਨ ਹਰ ਧਰਮ ਦੀ ਆਪਣੀ ਆਪਣੀ ਦੀਖਿਆ ਦਾ ਸਿਸਟਮ ਹੈ, ਉਹਨਾਂ ਦੀ ਮਰਿਆਦਾ ਹੈ। ਉਸ ਮਰਿਆਦਾ 'ਚ ਰਹਿ ਕੇ ਉਹ ਆਪਣੇ ਧਰਮ ਨੂੰ ਅਪਣਾ ਸਕਦੇ ਨੇ, ਆਪਣੇ ਧਰਮ ਦੀ ਦੀਖਿਆ ਦੇ ਅਕੋਰਡਿੰਗਲੀ ਆਪਣਾ ਜੀਵਨ ਚਲਾ ਸਕਦੇ ਨੇ। ਲੇਕਿਨ ਜੇ ਅਸੀਂ ਹਿੰਦੂ ਧਰਮ ਦੀ ਗੱਲ ਕਰੀਏ, ਉਹਦੇ ਵਿੱਚ ਵੀ ਸਿਮਰਨ ਦੀ ਮਹਾਨਤਾ ਹੈ, ਪਰ ਨਾਲ ਸਿਮਰਨ ਦੀ ਮਹਾਨਤਾ ਦੇ ਨਾਲ ਉਹਦੇ 'ਚ ਕਰਮ ਕਾਂਡਾਂ ਦੀ ਬਹੁਤ ਭਰਮਾਰ ਹੈ। ਕਰਮ ਕਾਂਡਾਂ ਦੀ ਭਰਮਾਰ ਇੰਨੀ ਹੈ ਕਿ ਉਹ ਸਿਮਰਨ ਜਿਹੜਾ ਹੈ ਉਹ ਬਿਲਕੁਲ ਪਿੱਛੇ ਰਹਿ ਜਾਂਦਾ ਹੈ ਕਿ ਆਹ ਦਿਨ ਨੂੰ ਆਹ ਕੰਮ ਕਰਨਾ ਹੈ, ਵਰਤ ਰੱਖਣੇ ਨੇ, ਐਸਾ ਵੇਸ ਪਾਉਣਾ ਹੈ, 68 ਤੀਰਥਾਂ ਦੀ ਯਾਤਰਾ ਕਰਨੀ ਹੈ, ਇੰਨੇ ਵੇਦ ਪੜ੍ਹਨੇ ਨੇ, ਇੰਨੇ ਪਾਠ ਕਰਨੇ ਨੇ। ਸੋ ਉਹ ਕਰਮ ਕਾਂਡਾਂ ਦੇ ਵਿੱਚ ਸਾਰਾ ਕੁਝ ਜਿਹੜਾ ਹੈ ਉਹ ਰਾਮ ਸਿਮਰਨ, ਜਿਹੜਾ ਰਾਮ ਨਾਮ ਦਾ ਸਿਮਰਨ ਹੈ, ਉਹ ਕਿਤੇ ਪਿੱਛੇ ਰਹਿ ਜਾਂਦਾ। ਸੋ ਉਹਨਾਂ ਨੂੰ ਮੁਬਾਰਕ ਹੈ, ਉਹਨਾਂ ਨੂੰ ਜ਼ਰੂਰ ਇਹ ਗੁਰਬਾਣੀ ਦੀ ਵੀ ਉਹ ਹੈਲਪ ਲੈ ਸਕਦੇ ਆ। ਕੋਈ ਵੀ ਬੰਦਾ ਸਤਿਕਾਰ ਪਿਆਰ ਦੇ ਨਾਲ ਆਪਣਾ ਗੁਰਬਾਣੀ ਪੜ੍ਹ ਸਕਦੇ ਆ ਔਰ ਉਹਦੇ ਅਕੋਰਡਿੰਗਲੀ ਆਪਣਾ ਜੀਵਨ ਜਿਹੜਾ ਆਪਣੇ ਧਰਮ 'ਚ ਰਹਿੰਦੇ ਹੋਏ ਉਸ ਨੂੰ ਉਹਦੇ ਅਨੁਸਾਰ ਢਾਲ ਸਕਦੇ। ਸੋ ਮਹੱਲਾ ਚੌਥਾ ਇੱਥੇ ਉਪਦੇਸ਼ ਦੇ ਰਿਹਾ ਕਿ ਮੇਰੇ ਕੋਲ ਜਿਹੜਾ ਬਚਨ ਹੈ ਮੈਂ ਉਹਨੂੰ ਹੀ ਸਤਿਗੁਰ ਮੰਨ ਲਿਆ, ਕਿਉਂਕਿ ਉਹ ਬਚਨ ਮੇਰੇ ਅਕਾਲ ਪੁਰਖ ਦਾ ਨਾਮ ਹੈ। ਇਹ ਇਸੇ ਹੀ ਮਹੱਲੇ ਦਾ ਸ਼ਬਦ ਹੈ ਜਿਹੜਾ ਆਪਾਂ ਐਗਜ਼ਾਮਪਲ ਲਈ ਹੈ ਕਿ ਸਤਿਗੁਰ ਬਚਨ ਹੈ ਸਤਿਗੁਰ, ਹਰ ਪਾਦਰ ਮੁਕਤ ਜਨਾਵੈ ਕੋ। ਇਹ ਜਿਹੜਾ ਬਚਨ ਮੈਨੂੰ ਦੀਖਿਆ ਦੇ ਵਿੱਚ ਮਿਲਿਆ, ਮੈਂ ਇਹਨੂੰ ਹੀ ਸਤਿਗੁਰ ਮੰਨ ਲਿਆ ਹੈ। ਔਰ ਇਹੀ ਚੀਜ਼ ਉਹ ਇੱਥੇ ਐਕਸਪਲੇਨ ਕਰ ਰਹੇ ਨੇ। ਰਾਮ, ਅਕਾਲ ਪੁਰਖ ਦਾ ਨਾਮ ਆ ਗਿਆ ਰਾਮ, ਕਹਿੰਦੇ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਕਹਿੰਦੇ ਮੈਂ ਇਸ ਨਾਮ ਨੂੰ, ਇਸ ਬਚਨ ਨੂੰ ਮੈਂ ਅਕਾਲ ਪੁਰਖ ਮੰਨਦਾ, ਮੈਨੂੰ ਪਾਰ ਬ੍ਰਹਮ ਮੰਨਦਾ। ਪਰ ਕਹਿੰਦੇ ਪਰ ਮੈਂ ਹੈਗਾ ਕਿੱਦਾਂ ਦਾ? ਉਹ ਗਰੀਬੀ ਲੈ ਕੇ ਆ ਰਹੇ, ਨਿਮਰਤਾ ਲੈ ਕੇ ਆ ਰਹੇ ਹੈ। ਕਹਿੰਦੇ ਹਮ ਮੂੜ ਮੁਗਧ ਅਸੁੱਧ ਮਤ ਹੋਤੇ। ਕਹਿੰਦੇ ਸਾਡੀ ਤੇ ਅਵਸਥਾ ਨਹੀਂ, ਅਸੀਂ ਤਾਂ ਮੂਰਖ ਸੀ, ਸਾਡੀ ਮਤ ਵੀ ਮੈਲੀ ਸੀ। ਇਹ ਸਾਡੇ ਥਾਂ ਤੇ ਆ ਕੇ ਸਾਨੂੰ ਸਮਝਾਉਣ ਖਾਤਰ ਗੁਰੂ ਸਾਹਿਬ ਕਹਿ ਰਹੇ ਨੇ, ਗੁਰੂ ਸਾਹਿਬ ਦੀ ਅਵਸਥਾ ਜਿਹੜੀ ਹੈ ਉਹ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਆ, ਇਹ ਹੀ ਰਹਿਣੀ ਹੈ। ਗੁਰੂ ਸਾਹਿਬ ਦੀ ਅਵਸਥਾ ਇਹੀ ਰਹਿਣੀ ਹੈ। ਉਹ ਅਕਾਲ ਪੁਰਖ ਦੇ ਰੂਪ ਦੇ ਵਿੱਚ ਜਿਉਂਦੇ ਜੀ
ਸਮਾ ਚੁੱਕੇ ਸਨ। ਕਹਿੰਦੇ ਮੈਂ ਮੂਰਖ ਸੀ, ਮੈਂ ਮੈਲੀ ਮੱਤ ਵਾਲਾ ਸੀ, ਪਰ ਗੁਰੂ ਸਤਿਗੁਰ ਦੇ ਉਪਦੇਸ਼ ਦੀ ਬਰਕਤ ਦੇ ਨਾਲ ਮੈਂ ਪਰਮਾਤਮਾ ਨੂੰ ਜਾਣ ਲਿਆ। ਮੈਂ ਅਕਾਲ ਪੁਰਖ ਨਾਲ ਜਾਣ ਪਛਾਣ ਕੱਢ ਲਈ, ਮੈਂ ਉਹਨੂੰ ਪ੍ਰਗਟ ਕਰ ਲਿਆ। ਸੋ ਇਹ ਰਹਾਉ ਹੈ, ਐਸ ਰਹਾਉ ਦੇ ਇਰਦ ਗਿਰਦ ਸਾਰਾ ਸ਼ਬਦ ਸਾਡਾ ਚੱਲਣਾ ਹੈ। ਇੱਕ ਇਸ ਰਹਾਉ ਚੋਂ ਅਸੀਂ ਇੱਕ ਸਾਡੇ ਸਾਹਮਣੇ ਚੀਜ਼ ਆਈ ਹੈ ਕਿ ਜਿਹੜਾ ਸਾਨੂੰ ਬਚਨ ਹੈ, ਜਿਹੜਾ ਸਾਡਾ ਗੁਰੂ ਘਰ ਦਾ ਚਵੱਖਰਾ ਅੱਖਰ ਹੈ, ਵਾਹਿਗੁਰੂ ਜਿਹਨੂੰ ਅਸੀਂ ਕਹਿੰਦੇ ਹਾਂ, ਵਾਹਿਗੁਰੂ ਵਾਹਿਗੁਰੂ ਅਸੀਂ ਜਪਦੇ ਵੀ ਹਾਂ। ਕਹਿੰਦੇ ਇਹੀ ਮੇਰੇ ਵਾਸਤੇ ਪਰਮਾਤਮਾ ਦਾ ਰੂਪ ਹੈ, ਇਹ ਧੁਨ ਰੂਪ ਹੈ। ਇਹਨੂੰ ਜਪਦੇ ਹਾਂ ਅਸੀਂ ਰਸਨਾ ਦੇ ਨਾਲ, ਇਹਦੇ ਚੋਂ ਧੁਨ ਉਪਜਦੀ ਹੈ ਤੇ ਉਹ ਧੁਨ ਨੂੰ ਫਿਰ ਮੈਂ ਸਰਵਣੀ ਸੁਣੀ ਹੈ, ਰਸਨਾ ਗਾਈ ਹੈ, ਹਿਰਦੇ ਧਿਆਈ ਹੈ ਸੋਈ। ਕਹਿੰਦੇ ਉਹ ਧੁਨ ਜਿਹੜੀ ਹੈ ਮੈਂ ਜਿੰਨੀ ਬੋਲਦਾ ਉਨੀ ਮੈਂ ਸੁਣਦਾ ਵੀ ਹਾਂ, ਤੇ ਆਪਣੇ ਮਨ ਨੂੰ ਵੀ ਮੈਂ ਵਿਚਾਰ ਜਿਹੜੇ ਨਾਮ ਸਿਮਰਨ ਕਰਦੇ ਕਰਦੇ ਮੈਂ ਵਿਚਾਰ ਨਹੀਂ ਆਉਣ ਦਿੰਦਾ। ਇਸ ਕਰਕੇ ਮੈਂ ਉਹ ਹਿਰਦੇ ਧਿਆਈ ਹੈ ਸੋਈ, ਮੈਂ ਆਪਣੇ ਮਨ ਦੇ ਵਿੱਚ ਵੀ ਨਾਲ ਨਾਲ ਉਹ ਨਾਮ ਅਭਿਆਸ ਕਰ ਰਿਹਾ ਹੁੰਦਾ। ਇਹ ਸਾਡੇ ਸਾਰਿਆਂ ਨਾਲ ਇਹ ਅਵਸਥਾ ਵਰਤਦੀ ਹੈ ਕਿ ਜਦੋਂ ਅਸੀਂ ਗੁਰਬਾਣੀ ਵੀ ਪੜ੍ਹਦੇ ਹੁੰਦੇ ਹਾਂ, ਭਾਵੇਂ ਅਸੀਂ ਪਾਠ ਕਰ ਰਹੇ ਹੋਈਏ, ਲੇਕਿਨ ਸਾਡਾ ਜਿਹੜਾ ਮਨ ਹੈ ਕਈ ਵਾਰੀ ਅੰਦਰੋਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ। ਮਨ ਆਪਣੇ ਆਪ ਨਾਲ ਤੁਹਾਡੇ ਨਾਲ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਆਪਾਂ ਸੋਚ ਵਿਚਾਰ ਪਾਠ ਪੜ੍ਹੀ ਜਾ ਰਹੇ ਹਾਂ, ਅਸੀਂ ਦਰਸ਼ਨ ਕਰਕੇ ਗੁਰਬਾਣੀ ਦੇ ਪਾਠ ਅਸੀਂ ਪੜ੍ਹੀ ਜਾਂਦੇ ਹਾਂ, ਲੇਕਿਨ ਅੰਦਰ ਵਿਚਾਰ ਚੱਲਣੇ ਸ਼ੁਰੂ ਹੋ ਜਾਂਦੇ ਆ। ਇਸ ਚੀਜ਼ ਨੂੰ ਰੋਕਣਾ। ਇਹ ਫਿਰ ਤੀਸਰੀ ਜਿਹੜੀ ਅਵਸਥਾ ਹੈ ਨਾ, ਸਰਵਣੀ ਸੁਣੀ ਹੈ, ਰਸਨਾ ਗਾਈ ਹੈ, ਹਿਰਦੇ ਧਿਆਈ ਹੈ ਸੋਈ। ਕਿਉਂਕਿ ਅਸੀਂ ਜਿੰਨਾ ਰਸਨਾ ਦੇ ਨਾਲ ਬੋਲਣਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਓਨਾ ਅਸੀਂ ਧਿਆਨ ਨਾਲ ਸੁਣਨਾ ਵੀ ਹੈ, ਫੋਕਸ ਕਰਨਾ। ਇਹਨੂੰ ਕਹਿੰਦੇ ਮੈਡੀਟੇਸ਼ਨ। ਜਿਹੜਾ ਜਿੱਥੇ ਤਿੰਨ ਚੀਜ਼ਾਂ ਦਾ ਸੁਮੇਲ ਹੁੰਦਾ ਨਾ, ਰਸਨਾ ਬੋਲ ਰਹੀ ਹੈ ਤੇ ਸਰਵਣ ਤੁਹਾਡੇ ਸੁਣ ਰਹੇ ਨੇ, ਔਰ ਹਿਰਦੇ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਨਹੀਂ ਆ ਰਿਹਾ, ਮਨ ਵੀ ਨਾਲ ਨਾਲ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਗੋਬਿੰਦ ਗੋਬਿੰਦ, ਗੋਪਾਲ ਗੋਪਾਲ ਜਪ ਰਿਹਾ, ਤੇ ਆਹ ਅਵਸਥਾ ਤੇ ਚਾਹੀਦੀ ਹੈ। ਇਸ ਅਵਸਥਾ ਦੇ ਵਿੱਚ ਆ ਕੇ ਅਕਾਲ ਪੁਰਖ ਨੇ ਸਾਡੇ ਸਾਹਮਣੇ ਪ੍ਰਗਟ ਹੋਣਾ ਹੈ। ਕਹਿਣ ਤੋਂ ਭਾਵ ਹੈ ਕਿ ਜਿੱਥੇ ਸ਼ਬਦ ਔਰ ਸੁਰਤੀ ਦਾ ਮੇਲ ਹੋ ਜਾਂਦਾ ਹੈ, ਉੱਥੇ ਅਕਾਲ ਪੁਰਖ ਪ੍ਰਗਟ ਹੁੰਦੇ ਨੇ। ਜਿੱਥੇ ਸਾਡਾ ਧਿਆਨ ਪੂਰਨ ਤੌਰ ਤੇ ਸ਼ਬਦ ਦੇ ਵਿੱਚ ਚਲਾ ਜਾਂਦਾ ਹੈ, ਔਰ ਸ਼ਬਦ ਸਾਡੀ ਰਸਨਾ, ਸਾਡੇ ਸਰਵਣ, ਸਾਡਾ ਹਿਰਦਾ ਜਿਹੜਾ ਉਹਨੂੰ ਧਿਆ ਰਿਹਾ ਨਾਲ ਨਾਲ, ਤੇ ਉੱਥੇ ਅਕਾਲ ਪੁਰਖ ਪ੍ਰਗਟ ਹੁੰਦੇ ਨੇ। ਤੇ ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਮੇਲ ਤੇ ਫੀਮੇਲ ਜਦੋਂ ਮਿਲਦੇ ਨੇ, ਜਦੋਂ ਉਹਨਾਂ ਦਾ ਸੰਗ ਹੁੰਦਾ ਹੈ ਤੇ ਅੱਗੇ ਸੰਤਾਨ ਦੀ ਉਤਪਤੀ ਹੁੰਦੀ ਹੈ, ਇਸੇ ਤਰ੍ਹਾਂ ਜਦੋਂ ਸ਼ਬਦ ਔਰ ਸੁਰਤੀ ਦਾ ਮੇਲ ਹੁੰਦਾ ਹੈ ਤੇ ਅਕਾਲ ਪੁਰਖ ਦੀ ਉਤਪਤੀ ਹੁੰਦੀ ਹੈ, ਅਕਾਲ ਪੁਰਖ ਪ੍ਰਗਟ ਹੋ ਜਾਂਦੇ ਨੇ। ਕਰ ਪ੍ਰਗਟ ਆਖ ਸੁਣਾਇਆ। ਨਾਮ ਨੂੰ ਆਖਣਾ ਵੀ ਪੈਣਾ ਤੇ ਨਾਮ ਨੂੰ ਸੁਣਨਾ ਵੀ ਪੈਣਾ। ਸੋ ਇੱਥੇ ਮਹੱਲਾ ਚੌਥਾ ਕਹਿ ਰਿਹਾ ਹੈ ਕਿ ਮੇਰਾ ਬਚਨ ਹੀ ਜਿਹੜਾ ਮੇਰਾ ਪਾਰ ਬ੍ਰਹਮ ਹੈ। ਪਾਰ ਬ੍ਰਹਮ ਸਾਨੂੰ ਬਾਹਰ ਨਹੀਂ ਕਿਤੇ ਨਜ਼ਰ ਆਏਗਾ, ਕਿਤੇ ਵੀ ਨਹੀਂ ਨਜ਼ਰ ਆਏਗਾ, ਕਿਸੇ ਬਿਲਡਿੰਗ 'ਚ ਨਜ਼ਰ ਨਹੀਂ ਆਏਗਾ, ਉਹ ਸਾਨੂੰ ਕਿਸੇ ਬਾਗ 'ਚ ਨਜ਼ਰ ਨਹੀਂ ਆਏਗਾ, ਕਿਸੇ ਪਹਾੜ ਤੇ ਨਜ਼ਰ ਨਹੀਂ ਆਏਗਾ। ਅਸੀਂ ਉਸ ਨੂੰ ਪ੍ਰਗਟ ਕਰਨਾ ਹੈ। ਸਾਡੇ ਥਾਂ ਤੇ ਆ ਕੇ ਮਹੱਲਾ ਚੌਥਾ ਕਹਿ ਰਿਹਾ, ਹਮ ਮੂੜ ਮੁਗਧ ਅਸੁੱਧ ਮਤ ਹੋਤੇ। ਮੈਂ ਮੂਰਖ ਸੀ, ਮੈਂ ਮੂੜ ਸੀ, ਮੈਨੂੰ ਕੋਈ ਮਤ ਹੀ ਹੈ ਨਹੀਂ ਸੀ, ਕੋਈ ਅਕਲ ਹੀ ਹੈ ਨਹੀਂ ਸੀ, ਮੈਂ ਅਸ਼ੁੱਧ ਸੀ। ਤੇ ਇਹ ਜਿਹੜਾ ਅਕਾਲ ਪੁਰਖ ਦਾ, ਸਤਿਗੁਰ ਦਾ ਬਚਨ ਮੈਨੂੰ ਦ੍ਰਿੜ ਹੋ ਗਿਆ, ਮੈਨੂੰ ਮਿਲ ਗਿਆ। ਇਸ ਬਚਨ ਦੇ ਨਾਲ ਹੀ ਮੈਂ ਅਕਾਲ ਪੁਰਖ ਨੂੰ ਜਾਣ ਲਿਆ। ਹਰ ਹਮ ਜਾਣੇ, ਇਹ ਹੈ ਸ਼ਬਦ ਦਾ ਰਹਾਉ। ਆਓ ਹੁਣ ਇਹਦੇ ਵਿੱਚ ਸਟੈਪ ਕਿਹੜੇ ਕਿਹੜੇ ਨੇ ਆਪਾਂ ਇਹ ਦੇਖੀਏ। ਸ਼ਬਦ ਦੀ ਜਿਹੜੀ ਸ਼ੁਰੂਆਤ ਹੈ, ਗੌੜੀ ਪੂਰਬੀ ਮਹੱਲਾ ਚੌਥਾ, ਕਹਿੰਦੇ ਤੁਮ ਦਿਆਲ ਸਰਬ ਦੁੱਖ ਭੰਜਨ, ਇੱਕ ਬਿਨੋ ਸੁਨੋ ਦੇ ਕੰਨ। ਕਹਿੰਦੇ ਇਹ ਦੁੱਖਾਂ ਦਾ ਨਾਸ ਕਰਨ ਵਾਲੇ ਸੁਆਮੀ, ਤੂੰ ਦਇਆ ਦਾ ਘਰ ਹੈ। ਮੇਰੀ ਇੱਕ ਅਰਜ਼ੋਈ ਧਿਆਨ ਨਾਲ ਸੁਣ, ਇੱਧਰ ਨੂੰ ਕੰਨ ਲਿਆ। ਮੈਂ ਤੈਨੂੰ ਇੱਕ ਗੱਲ ਦੱਸਣੀ ਹੈ, ਇੱਕ ਬੇਨਤੀ ਕਰਨੀ ਤੇਰੇ ਕੰਨ ਦੇ ਵਿੱਚ। ਹੁਣ ਹੁਣ ਤੁਸੀਂ ਇਹ ਦੱਸੋ
कि अकाल पुरख प्रगट है कि नहीं है गुरु रामदास पातशाह के सामने। अकाल पुरख प्रगट ने, ਉਹ ਸਾਹਮਣੇ ਸ਼ਬਦ ਉਚਾਰ ਰਹੇ ਨੇ, ਕਹਿੰਦੇ ਤੂੰ ਤੇ ਅਕਾਲ ਪੁਰਖ ਦਿਆਲ ਹੀ ਬਹੁਤ ਹੈ, ਤੂੰ ਤੇ ਸਾਰੇ ਜਿਹੜੇ ਦੁੱਖ ਦਾਲਦ ਕੱਟ ਦੇਣ ਵਾਲਾ ਹੈ। ਇੱਧਰ ਕਹਿੰਦੇ ਕੰਨ ਲੈ ਕੇ ਆ, ਮੈਂ ਤੇਰੇ ਕੰਨ ਦੇ ਵਿੱਚ ਗੱਲ ਕਰਨੀ ਹੈ। ਜਿਸ ਤੇ ਤੁਮ ਹਰ ਜਾਣੇ ਸੁਆਮੀ, ਸੋ ਸਤਗੁਰ ਮੇਲ ਮੇਰਾ ਪ੍ਰਾਨੀ। ਮੇਰੇ ਅੰਦਰ ਵੀ ਉਹ ਚੀਜ਼ ਪ੍ਰਗਟ ਕਰ ਜਿਹੜੇ ਆ ਬਚਨ ਦੇ ਨਾਲ ਮੈਨੂੰ ਤੁਸੀਂ ਪ੍ਰਗਟ ਹੋਏ ਹੋ। ਮੇਰੇ ਅੰਦਰ ਵੀ ਇਹ ਤੁਸੀਂ ਆਪਣੀ ਜਿਹੜੀ ਜੋਤ ਦੇ ਨਾਲ ਜੋਤ ਸਾਂਝੀ ਕਰੋ, ਜੋਤ ਦੇ ਨਾਲ ਜੋਤ ਮਿਲਾਓ। ਇਹ ਕੀ ਹੈ? ਜਿਸ ਤੇ ਤੁਮ ਹਰ ਜਾਣੇ ਸੁਆਮੀ, ਕਿ ਬਚਨ ਦੇ ਨਾਲ ਮੈਂ ਆਪ ਜੀ ਨੂੰ ਜਾਣਿਆ। ਸੋ ਹੁਣ ਮੇਰੇ ਪ੍ਰਾਣਾਂ ਦੇ ਵਿੱਚ ਵੀ ਤੁਸੀਂ ਹਾਜ਼ਰ ਹੋਵੋ, ਮੈਨੂੰ ਵੀ ਆਪਣੇ ਸਰੂਪ ਦੇ ਵਿੱਚ ਮਿਲਾਓ। ਕਿਉਂਕਿ ਅਲਟੀਮੇਟਲੀ ਅਸੀਂ ਜਾਣਾ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬੜਾ ਬਰੀਕੀ ਦੇ ਨਾਲ ਇੱਥੇ ਆਪਾਂ ਇਹ ਤੁਕਾਂ ਦਾ ਅਧਿਐਨ ਕਰਨਾ ਜੀ। ਤੁਮ ਦਿਆਲ ਸਰਬ ਦੁੱਖ ਭੰਜਨ, ਇੱਕ ਬਿਨੋ ਸੁਨਹੋ ਦੇ ਕਾਨੇ। ਹੁਣ ਆਪਾਂ ਗੱਲ ਕਰਾਂਗੇ, ਪਰਮਿੰਦਰ ਭਾਜੀ ਮੇਰੇ ਦੋਸਤ ਨੇ ਤੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ। ਮੈਂ ਭਾਜੀ ਕੰਨ ਲਿਆਓ ਰਾ, ਤੁਹਾਨੂੰ ਇੱਕ ਗੱਲ ਦੱਸਾਂ। ਬੰਦਾ ਬੜਾ ਆਪਣਾ ਸੀਕ੍ਰੇਟ ਫਿਰ ਕਹਿੰਦਾ ਜੀ ਮੈਂ ਤੁਹਾਡੇ ਕੰਨ 'ਚ ਗੱਲ ਕਰਨੀ। ਸੋ ਇਦਾਂ ਹੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਅੱਗੇ ਅਕਾਲ ਪੁਰਖ ਪ੍ਰਗਟ ਨੇ। ਬੜੀਆਂ ਉੱਚੀਆਂ ਤੁਕਾਂ ਨੇ, ਪਹਿਲੀਆਂ ਤੁਕਾਂ ਨੇ, ਬਹੁਤ ਹਾਈ ਲੈਵਲ ਦੀਆਂ ਤੁਕਾਂ ਹੁੰਦੀਆਂ ਨੇ। ਕਹਿੰਦੇ ਤੁਸੀਂ ਇੰਨੇ ਦਿਆਲ, ਦੁੱਖਾਂ ਦਾ ਨਾਸ ਕਰਨ ਵਾਲੇ, ਉਰਾਂ ਕੰਨ ਲਿਆਓ, ਮੈਂ ਤੁਹਾਡੇ ਕੰਨ 'ਚ ਇੱਕ ਗੱਲ ਕਰਾਂ। ਕਹਿੰਦੇ ਜਿਸ ਤੇ ਤੁਮ ਹਰ ਜਾਣੇ ਸੁਆਮੀ, ਸੋ ਸਤਗੁਰ ਮੇਲ ਮੇਰਾ ਪ੍ਰਾਨੇ। ਕਹਿੰਦੇ ਆ ਬਚਨ ਦੇ ਨਾਲ ਜਿਹੜਾ ਜਿਹਨੂੰ ਰਾਮ ਕਿਹਾ ਰਹਾਉ ਦੇ ਵਿੱਚ, ਕਹਿੰਦੇ ਇਹ ਬਚਨ ਦੇ ਨਾਲ ਮੈਂ ਤੁਹਾਨੂੰ ਜਾਣ ਤੇ ਲਿਆ। ਹੁਣ ਤੁਸੀਂ ਇਹ ਕਿਰਪਾ ਕਰੋ ਕਿ ਮੇਰੇ ਪ੍ਰਾਣਾਂ ਦੇ ਵਿੱਚ ਵੀ ਅੰਦਰ ਜੋਤੀ ਦੇ ਨਾਲ ਆਪਣੀ ਜੋਤ ਮਿਲਾਓ। ਇਹ ਮੇਰਾ ਮਕਸਦ ਹੈ ਜੂਨ ਦੇ ਵਿੱਚ ਆਉਣ ਦਾ। ਜਿਹੜੀ ਮੈਨੂੰ ਮਨੁੱਖਾ ਜੂਨ ਮਿਲੀ ਹੈ, ਮੇਰਾ ਮਕਸਦ ਇਹ ਹੈ, ਇਹ ਜੋਤੀ ਜੋਤ ਮੇਰੇ ਨਾਲ ਮਿਲਾਓ। ਉਹ ਫਿਰ ਅਕਾਲ ਪੁਰਖ ਅੱਗੋਂ ਕਹਿੰਦੇ ਵੀ ਕਿਉਂ ਮਿਲਾਵਾਂ ਮੈਂ ਤੇਰੇ ਨਾਲ ਜੋਤ? ਤੇ ਫਿਰ ਪਾਤਸ਼ਾਹ ਜਵਾਬ ਦਿੰਦੇ, ਕਹਿੰਦੇ ਰਾਮ ਹਮ ਸਤਗੁਰ ਪਾਰ ਬ੍ਰਹਮ ਕਰ ਮਾਨੇ। ਕਹਿੰਦੇ ਆ ਤੁਹਾਡਾ ਨਾਮ ਸਾਨੂੰ ਦੱਸਿਆ ਸੀ ਵੀ ਆ ਅਕਾਲ ਪੁਰਖ ਦਾ ਭਜਨ ਸ਼ਬਦ ਹੈ, ਇਹਨੂੰ ਅਸੀਂ ਜਪਣਾ ਹੈ। ਕਹਿੰਦੇ ਮੈਂ ਜਪਦਾ ਗਿਆ, ਮੈਂ ਮੂਰਖ ਤੋਂ ਸਿਆਣਾ ਬਣ ਗਿਆ, ਮੈਂ ਮੁਗਧ ਤੋਂ ਇੰਟੈਲੀਜੈਂਟ ਬਣ ਗਿਆ, ਮੈਂ ਅਸ਼ੁੱਧ ਤੋਂ ਸ਼ੁੱਧ ਹੋ ਗਿਆ। ਮੇਰੀ ਮੱਤ ਜਿਹੜੀ ਹੈ ਉਹ ਕਿਸੇ ਖਾਸ ਦਿਸ਼ਾ ਵੱਲ ਜਾਣੀ ਸ਼ੁਰੂ ਹੋ ਗਈ। ਮੈਨੂੰ ਆਪਣਾ ਜਿਹੜਾ ਆਬਜੈਕਟਿਵ ਮਿਲ ਗਿਆ, ਗੁਰ ਸਤਗੁਰ ਕੇ ਬਚਨ ਹਰ ਹਮ ਜਾਣੇ। ਤੇ ਕਹਿੰਦੇ ਇਸ ਬਚਨ ਦੇ ਨਾਲ ਹੀ, ਇਹਨੂੰ ਹੀ ਸਤਗੁਰ ਬਣ ਕੇ ਮੈਂ ਤੁਹਾਡੇ ਨਾਲ ਜਾਣ ਪਛਾਣ ਪਾ ਲਈ। ਅੱਛਾ, ਫਿਰ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਆ, ਕਿਉਂਕਿ ਇਹ ਬੜਾ ਬਾਰੀਕ ਵਿਸ਼ੇ ਵਾਲਾ ਸ਼ਬਦ ਹੈ, ਬੜੇ ਪਿਆਰ ਵਾਲਾ ਸ਼ਬਦ ਹੈ। ਕਹਿੰਦੇ ਜਿਤਨੇ ਰਸ ਅਨ ਰਸ ਹਮ ਦੇਖੇ, ਸਭ ਤਿਤਨੇ ਫੀਕ ਫਿਕਾਨੇ। ਕਹਿੰਦੇ ਜਗਤ ਦੇ ਜਿੰਨੇ ਵੀ ਹੋਰ ਕਿਸਮ ਦੇ ਰਸ ਨੇ, ਉਹ ਮੈਂ ਵੇਖ ਲਏ ਨੇ, ਉਹ ਸਾਰੇ ਫਿੱਕੇ ਨੇ। ਹੁਣ ਇਹ ਰਸ ਕੀ ਨੇ? ਇਹ ਰਸ ਉਹੀ ਨੇ ਕਿ ਅਸੀਂ ਅਕਾਲ ਪੁਰਖ ਦੀ ਪ੍ਰਾਪਤੀ ਵਾਸਤੇ ਬਾਹਰ ਭੱਜੇ ਫਿਰਦੇ ਆਂ, ਬਾਣੀ ਤੋਂ ਅਸੀਂ ਦੂਰ ਹੋ ਗਏ। ਦੇਖੋ ਸਾਨੂੰ ਬਖਸ਼ਿਸ਼ ਕੀਤੀ ਸੀ ਗੁਰਬਾਣੀ, ਟੈਕਸਟ ਫਾਰਮ ਦੇ ਵਿੱਚ ਲਿਖ ਕੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਇਹ ਤੇ ਅਕਾਲ ਪੁਰਖ ਦਾ ਪੂਰਨ ਬ੍ਰਹਮ ਗਿਆਨ ਸਾਨੂੰ ਦੇਤਾ ਵੀ ਕਹਿੰਦੇ ਕੰਪਲੀਟ ਹੈ, ਇਹਦੇ ਇਲਾਵਾ ਹੋਰ ਤੈਨੂੰ ਕੁਝ ਲੱਭਣ ਭਾਲਣ ਦੀ ਲੋੜ ਨਹੀਂ ਹੈ। ਐਵੇਂ ਨਾ ਤੂੰ ਗ੍ਰੰਥ ਪੜ੍ਹਦਾ ਫਿਰੀ ਹੋਰ ਜਿਹਨਾਂ ਦਾ ਕੋਈ ਸੰਬੰਧ ਹੀ ਨਹੀਂ ਹੈ ਅਧਿਆਤਮ ਦੇ ਨਾਲ, ਉਹ ਨਾ ਪੜ੍ਹਦਾ ਫਿਰੀ। ਤੂੰ ਆ ਗੁਰਬਾਣੀ ਦੀ ਬਖਸ਼ਿਸ਼ ਲਈ। ਉਹ ਚੋਂ ਕਹਿੰਦੇ ਜਿਤਨੇ ਰਸ ਅਨ ਰਸ ਹਮ ਦੇਖੇ, ਕਹਿੰਦੇ ਜਿੰਨੇ ਵੀ ਮੈਂ ਹੋਰ ਕਿਸਮਾਂ ਦੇ ਰਸ ਦੇਖੇ ਆ, ਸਭ ਕਹਿੰਦੇ ਫਿੱਕੇ ਨੇ। ਕਿਸੇ ਚੀਜ਼ ਨਾਲ ਵੀ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਇਹਦਾ ਮਤਲਬ ਇਹ ਹੈ ਕਿ ਮੈਂ ਹਰ ਕੰਮ ਕਰਕੇ ਦੇਖ ਲਿਆ, ਮੈਂ ਪਾਠ ਕਰਕੇ ਦੇਖ ਲਏ, 40 ਚਲੀਏ ਕੱਟ ਕੇ ਦੇਖ ਲਏ, ਮੈਂ ਯਾਤਰਾ ਕਰਕੇ ਦੇਖ ਲਈ,
मैं बड़े बड़े लिबास पा के देख ले, मैनू ते लभ्या ही नहीं कुछ ਉਹਦੇ ਵਿੱਚੋਂ। ਕਹਿੰਦੇ ਸਾਰੇ ਉਹ ਰਸ ਫਿੱਕੇ ਸੀ। ਕਹਿੰਦੇ ਆ ਜਦੋਂ ਬਖਸ਼ਿਸ਼ ਹੋਈ ਹੈ, ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ। ਕਹਿੰਦੇ ਮੈਂ ਰਸਨਾ ਦੇ ਨਾਲ ਇਹ ਬਚਨ ਨੂੰ ਜਪਿਆ ਤੇ ਮੇਰੀ ਰਸਨਾ ਦੇ ਵਿੱਚ ਅੰਮ੍ਰਿਤ ਦਾ ਰਸ ਆਉਣਾ ਸ਼ੁਰੂ ਹੋ ਗਿਆ। ਮਿਲ ਸਤਗੁਰ ਮੀਠ ਰਸ ਗਾਨੇ। ਕਹਿੰਦੇ ਇੰਨੀ ਕਮਾਲ ਹੋਈ ਕਿ ਸਤਗੁਰ ਵੀ ਮਿਲ ਪਿਆ ਤੇ ਮੇਰੀ ਰਸਨਾ ਦੇ ਵਿੱਚ ਜਿਹੜਾ ਗੰਨੇ ਦੇ ਰਸ ਵਰਗਾ ਸਵਾਦ ਆਉਣਾ ਸ਼ੁਰੂ ਹੋ ਗਿਆ। ਇਹ ਸਵਾਦ ਹੈ ਕਿ ਮਨ ਜਿਹੜਾ ਹੈ ਉਹ ਟਿਕ ਜਾਂਦਾ ਹੈ, ਮਨ ਦੇ ਵਿੱਚ ਵਿਚਾਰ ਜਿਹੜੇ ਨੇ ਇਹ ਮਰ ਜਾਂਦੇ ਨੇ ਔਰ ਅਸੀਂ ਹੌਲੀ ਹੌਲੀ ਜਿਹੜੀ ਐਸ ਦੁਨੀਆ ਚੋਂ ਅਸੀਂ ਜਿਹੜੀ ਸਾਡੀ ਅਟੈਚਮੈਂਟਸ ਨੇ ਆਪਣੇ ਪਰਿਵਾਰ ਦੇ ਨਾਲ, ਆਪਣੇ ਆਪਣੇ ਲੋਕਾਂ ਦੇ ਨਾਲ, ਦੋਸਤਾਂ ਦੇ ਨਾਲ, ਉੱਥੋਂ ਅਸੀਂ ਛੁਟਕਾਰਾ ਪਾਉਂਦੇ ਹੋਏ ਵੱਧਦੇ ਵੱਧਦੇ ਅਧਿਆਤਮਕ ਰਸਤੇ ਦੇ ਉੱਤੇ ਅਕਾਲ ਪੁਰਖ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਾਂ। ਅਕਾਲ ਪੁਰਖ ਨੂੰ ਮਿਲਣ ਦੇ ਰਾਸਤੇ ਤੇ ਚੱਲ ਪੈਂਦੇ ਹਾਂ। ਸਾਡਾ ਜੀਵਨ ਉਸ ਅਕੋਰਡਿੰਗਲੀ ਬਣ ਜਾਂਦਾ ਹੈ। ਉਹ ਹੈ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਿਲ ਸਤਗੁਰ। ਇਹ ਹੈ ਬਚਨ, ਮੀਠ ਰਸ ਗਾਨੇ। ਉਸ ਬਚਨ ਦੇ ਨਾਲ ਸਾਡੀ ਰਸਨਾ ਦੇ ਅੰਦਰ ਗੰਨੇ ਦੇ ਰਸ ਵਰਗਾ ਜਿਹੜਾ ਸਵਾਦ ਆਉਣਾ ਸ਼ੁਰੂ ਹੋ ਗਿਆ। ਸੋ ਇਹ ਇੰਨੇ ਰਸ ਚੱਖ ਚੱਖ ਕੇ ਦੇਖੇ, ਇੰਨੇ ਤਰੀਕੇ ਅਪਣਾ ਕੇ ਦੇਖੇ, ਕਿਸੇ ਤਰੀਕੇ ਦੇ ਨਾਲ ਪ੍ਰਮਾਤਮਾ ਨਹੀਂ ਮਿਲਿਆ। ਪਰ ਜਦੋਂ ਇੱਕ ਰਾਮ ਨਾਮ ਦਾ ਸਿਮਰਨ ਜਿਹੜਾ ਸੀਗਾ ਉਹ ਆਪਣੀ ਰਸਨਾ ਦੇ ਉੱਤੇ ਮੈਂ ਲੈ ਕੇ ਆਇਆ, ਰਸਨਾ ਦੇ ਵਿੱਚ ਤੇ ਸਵਾਦ ਆਉਣਾ ਸ਼ੁਰੂ ਹੋ ਗਿਆ। ਕੀ ਹੋਇਆ? ਕਹਿੰਦੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਕਹਿੰਦੇ ਮੈਂ ਇਸੇ ਨੂੰ ਹੀ, ਐਸ ਜਪਣ ਨੂੰ ਹੀ ਮੈਂ ਆਪਣਾ ਅਕਾਲ ਪੁਰਖ ਧਾਰ ਲਿਆ ਤੇ ਉਸ ਜਪਣ ਦੇ ਨਾਲ ਹੀ ਜਿਹੜੀ ਮੇਰੀ ਮੱਤ ਹੈ ਉਹ ਵੀ ਸਾਫ਼ ਹੋ ਗਈ ਹੈ। ਮੈਂ ਮੂਰਖ ਤੋਂ ਸਿਆਣਾ ਬਣ ਗਿਆ ਤੇ ਉਸ ਬਚਨ ਦੇ ਨਾਲ ਹੀ ਮੈਂ ਅਕਾਲ ਪੁਰਖ ਦੇ ਨਾਲ ਆਪਣੀ ਜਾਣ ਪਛਾਣ ਕੱਢ ਲਈ, ਉਹਦੇ ਨਾਲ ਮੈਂ ਦੋਸਤੀ ਪਾ ਲਈ। ਇਹ ਹੈ ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ। ਇਹ ਵੀ ਇੱਕ ਸ਼ਬਦ ਹੈ, ਇਹ ਵੀ ਆਪਾਂ ਵਿਚਾਰਾਂਗੇ ਅੱਗੇ ਜਾ ਕੇ, ਕਿਉਂਕਿ ਆਪਾਂ ਸ਼ਬਦ ਬਾਏ ਸ਼ਬਦ ਗੱਲ ਕਰ ਰਹੇ ਹਾਂ। ਉਹ ਕਹਿਣ ਤੋਂ ਭਾਵ ਇਹ ਹੈ ਕਿ ਦੇਖੋ ਮੈਂ ਇੱਕ ਐਗਜ਼ਾਮਪਲ ਲੈ ਰਿਹਾ ਗੁਰਬਾਣੀ ਦੇ ਵਿੱਚੋਂ ਹੀ, ਬੜੀ ਬਰੀਕੀ ਦੇ ਨਾਲ ਉਹਨੂੰ ਸਮਝਣਾ। ਇੱਕ ਸਾਡੇ ਕੋਲ ਗੁਰਬਾਣੀ ਦੀ ਤੁਕ ਹੈ, ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ। ਠੀਕ ਹੈ। ਔਰ ਇੱਕ ਸਾਡੇ ਕੋਲ ਤੁਕ ਆ ਰਹੀ ਹੈ ਕਿ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ। ਹੁਣ ਇੱਥੇ ਜੇ ਅਸੀਂ ਸਾਨੂੰ ਪੂਰੀ ਜਾਣਕਾਰੀ ਨਹੀਂ ਹੋਊਗੀ ਆਪਣੀ ਬੋਲੀ ਦੀ, ਆਪਣੇ ਗੁਰੂ ਦੀ, ਗੁਰੂ ਗ੍ਰੰਥ ਸਾਹਿਬ ਦੀ ਅਸੀਂ ਬਾਣੀ ਨਹੀਂ ਪੜ੍ਹਦੇ ਹੋਵਾਂਗੇ ਤੇ ਅਸੀਂ ਟਪਲਾ ਖਾ ਜਾਵਾਂਗੇ। ਅਸੀਂ ਕਵਾਂਗੇ ਵੀ ਇਹ ਕਿੱਦਾਂ ਦੀ ਗੱਲ ਕੀਤੀ ਹੈ? ਇੱਕ ਪਾਸੇ ਕਹਿ ਰਹੇ ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ, ਦੂਜੇ ਪਾਸੇ ਕਹਿ ਰਹੇ ਹੈ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ। ਸੋ ਇਹਦਾ ਭਾਵ ਵੀ ਆਪਾਂ ਅੱਗੇ ਜਾ ਕੇ ਖੋਲਾਂਗੇ ਕਿ ਅਕਾਲ ਪੁਰਖ ਜਿਹੜਾ ਹੈ, ਫਰਜ਼ ਕਰ ਲਓ ਹੁਣ ਜੇ ਇੱਕ ਕੋਈ ਗੁਰਸਿੱਖ ਪਿਆਰਾ ਚੜ੍ਹਾਈ ਕਰਦਾ ਹੈ ਆਤਮਕ ਤੇ ਉਹ ਅਕਾਲ ਪੁਰਖ ਦੇ ਦਰਸ਼ਨ ਕਰਦਾ ਹੈ ਤੇ ਉਹ ਐਕਸਪਲੇਨ ਕਰੇਗਾ ਕਿ ਉਹਦਾ ਨੱਕ ਇਦਾਂ ਦਾ ਹੈ, ਉਹਦੇ ਲੰਬੇ ਵਾਲ ਨੇ, ਉਹਦੇ ਸਿਰ ਤੇ ਦਸਤਾਰ ਹੈ, ਅਕਾਲ ਪੁਰਖ ਦੀ ਵਿਆਖਿਆ ਕਰੇਗਾ ਉਹ। ਤੇ ਦੂਸਰੇ ਨੂੰ ਹੋ ਸਕਦਾ ਹੈ ਕਿ ਉਹ ਕੋਈ ਵੱਖਰੇ ਰੂਪ ਦੇ ਵਿੱਚ ਆ ਕੇ ਉਹ ਸ਼ਕਲ ਉਸ ਤਰ੍ਹਾਂ ਦੀ ਨਾ ਹੋਵੇ। ਠੀਕ ਹੈ। ਇਸ ਬਰੀਕੀ ਨੂੰ ਆਪਾਂ ਸਮਝਣਾ ਕਿ ਅਕਾਲ ਪੁਰਖ ਦਾ ਰੂਪ ਕਿਸ ਤਰ੍ਹਾਂ ਦਾ, ਉਹ ਹਰੇਕ ਵਾਸਤੇ ਵੱਖਰਾ ਵੱਖਰਾ ਰੂਪ ਹੈ। ਸੋ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਿਲ ਸਤਗੁਰ ਮੀਠ ਰਸ ਗਾਨੇ। ਸੋ ਅਸੀਂ ਭਰੋਸਾ ਕਾਹਦੇ ਤੇ ਕਰਨਾ? ਅਸੀਂ ਭਰੋਸਾ ਕਰਨਾ ਹੈ ਨਾਮ ਦੇ ਉੱਤੇ, ਹੋਰ ਕਿਸੇ ਵੀ ਚੀਜ਼ ਤੇ ਅਸੀਂ ਭਰੋਸਾ ਨਹੀਂ ਕਰਨਾ। ਬਾਕੀ ਸਾਰਾ ਕੁਝ ਜਿਹੜਾ ਹੈ ਉਹਨੂੰ ਤਰਜੀਹ ਨਹੀਂ ਦਿੱਤੀ ਗਈ। ਬਾਬੇ ਨਾਨਕ ਨੇ ਕਲੀਅਰ ਕੀਤਾ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫਲ ਕਾਮਾ। ਇਹੀ ਸ਼ਬਦ ਅਸੀਂ ਜਪਣਾ ਹੈ,
ਇਸੇ ਸ਼ਬਦ ਦੀ ਧੁਨ ਨੂੰ ਅਸੀਂ ਸੁਣਨਾ ਔਰ ਇਸੇ ਸ਼ਬਦ ਦੀ ਧੁਨ ਤੋਂ ਸਾਡਾ ਜਿਹੜਾ ਬ੍ਰਹਮ ਗਿਆਨ ਹੈ ਉਹ ਸ਼ੁਰੂਆਤ ਹੋ ਰਿਹਾ ਹੈ। ਉਹਨੂੰ ਕਹਿ ਰਿਹਾ ਇੱਕ ਓ, ਊੜੇ ਦਾ ਮੂੰਹ ਖੁੱਲਾ ਰੱਖਿਆ। ਇਹਨੂੰ ਓੰਕਾਰ ਵੀ ਪੜ੍ਹਿਆ ਜਾਂਦਾ ਹੈ, ਪ੍ਰਚਲਿਤ ਓੰਕਾਰ ਹੈ, ਇੱਕ ਓੰਕਾਰ। ਇਹਦਾ ਮਤਲਬ ਹੈ ਪ੍ਰਮਾਤਮਾ ਇੱਕ ਹੈ ਤੇ ਉਹ ਧੁਨ ਰੂਪ ਹੈ। ਉਹਦੀ ਕੋਈ ਦੇਹ ਨਹੀਂ ਹੈ, ਕਿਉਂਕਿ ਜਿੱਥੇ ਦੇਹ ਆਏਗੀ ਦੇਹ ਕੱਚੀ ਹੋਏਗੀ, ਦੇਹ ਬਿਨਸਣ ਵਾਲੀ ਹੈ। ਅਕਾਲ ਪੁਰਖ ਸਦਾ 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 ਕਾਇਮ ਰਹਿਣ ਵਾਲਾ ਹੈ। ਇਸ ਕਰਕੇ ਹਿੰਸੇ ਦੇ ਵਿੱਚ ਲਿਖਿਆ ਇੱਕ, ਕੋਈ ਅੱਖਰ ਨਹੀਂ ਪਾਇਆ ਉੱਥੇ, ਈੜੀ ਨੂੰ ਸਿਹਾਰੀ ਕੱਕਾ ਨਹੀਂ ਪਾਇਆ, ਉੱਥੇ ਹਿੰਸਾ ਲਿਖਿਆ ਇੱਕ। ਇਹ ਸਾਰਿਆਂ ਵਾਸਤੇ ਹੀ ਹੈ। ਸਾਰੇ ਹੀ ਇਸ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹ ਕੇ ਗਿਆਨ ਲੈ ਸਕਦੇ ਨੇ। ਸਾਰੇ ਹੀ ਇਸ ਗੁਰਬਾਣੀ ਦੇ ਅਸੂਲਾਂ ਦੇ ਉੱਤੇ, ਗੁਰਬਾਣੀ ਦੀ ਲਿਖਤ ਦੇ ਉੱਤੇ ਅਮਲ ਕਰ ਸਕਦੇ ਨੇ। ਸੋ ਹੁਣ ਕਲੀਅਰ ਹੋ ਗਿਆ ਕਿ ਹੋਰ ਕੋਈ ਰਾਸਤਾ ਨਹੀਂ ਹੈ ਅਕਾਲ ਪੁਰਖ ਨੂੰ ਮਿਲਣ ਦਾ। ਹੋਰ ਰਾਸਤੇ ਤੇ ਲੋਕ ਪੈਂਦੇ ਨੇ। ਅਸੀਂ ਵੀ ਸੁਣਦੇ ਆ ਰਹੇ ਹਾਂ ਬਚਪਨ ਤੋਂ ਕਿ ਫਲਾਣਾ ਜਥਾ ਕਹਿ ਰਿਹਾ ਕਿ ਮੈਂ ਤੇ 10 ਲੱਖ ਬੰਦੇ ਨੂੰ ਅੰਮ੍ਰਿਤ ਛਕਾਤਾ। ਸੋ ਕਾਲਡ ਲਫ਼ਜ਼ ਵਰਤਦੇ ਆ ਅੰਮ੍ਰਿਤ ਛਕਾ ਦੇ, ਅਸੀਂ ਇਹਨੂੰ ਕਹਿੰਦੇ ਆ ਜੀ ਖੰਡੇ ਬਾਟੇ ਦੀ ਪੌਲ। ਸੋ ਇਹ ਅਸਲ ਦੇ ਵਿੱਚ ਹੈ ਦੀਖਿਆ ਖੰਡੇ ਬਾਟੇ ਦੀ ਪੌਲ। ਅੰਮ੍ਰਿਤ ਤੇ ਅਸੀਂ ਅੰਦਰ ਪ੍ਰਗਟ ਕਰਨਾ, ਹਰ ਕਾ ਨਾਮ ਅੰਮ੍ਰਿਤ ਰਸ ਚੱਖਿਆ, ਉਹ ਅਸੀਂ ਚੱਖਣਾ ਹੈ, ਜਿਹੜਾ ਕਿ ਕਦੇ ਵੀ ਬਿਨਸ ਨਹੀਂ ਸਕਦਾ। ਉਹ ਅੰਮ੍ਰਿਤ ਹੈ ਜਿਹੜਾ ਕਦੇ ਵੀ ਨਹੀਂ ਬਿਨਸੇਗਾ। ਇਹ ਥੋੜੀਆਂ ਥੋੜੀਆਂ ਚੀਜ਼ਾਂ ਆਪਾਂ ਜ਼ਿਕਰ ਕਰਦੇ ਆ ਰਹੇ ਹਾਂ ਆਪਣੇ ਸ਼ਬਦਾਂ ਦੇ ਵਿੱਚ। ਸੋ ਇਹ ਇੱਕ ਆਪਣਾ ਮਾਈਂਡ ਸੈਟ, ਇਹ ਆਪਣਾ ਇੱਕ ਥਾਟ ਪ੍ਰੋਸੈਸ ਗੁਰਬਾਣੀ ਦੇ ਉੱਤੇ ਲੈ ਕੇ ਆਓ। ਕੇਵਲ ਤੇ ਕੇਵਲ ਗੁਰਬਾਣੀ। ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਕਿ ਜਦੋਂ ਤੱਕ ਅਸੀਂ ਸਿਰਫ ਗੁਰਬਾਣੀ ਦੇ ਉੱਤੇ ਨਹੀਂ ਆਵਾਂਗੇ, ਅਸੀਂ ਭੁਲੇਖੇ ਖਾਂਦੇ ਰਵਾਂਗੇ। ਅੱਗੇ ਚਲੀਏ ਜੀ। ਜਿਨ ਕੋ ਗੁਰ ਸਤਗੁਰ ਨਹੀਂ ਭੇਟਿਆ ਤੇ ਸਾਕਤ ਮੂੜ ਦੀਵਾਨੇ। ਹੁਣ ਕਹਿੰਦੇ ਆ ਕਿ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਦਾ, ਇੱਥੇ ਦਰਸ਼ਨ ਕਰੋ, ਗੁਰ ਦੇ ਰਾਰੇ ਨੂੰ ਔਂਕੜ ਹੈ, ਸਤਗੁਰ ਦੇ ਰਾਰੇ ਨੂੰ ਔਂਕੜ ਹੈ। ਹੁਣ ਇਹ ਹੈ ਬਚਨ, ਇਹ ਹੈ ਜਿਹਨੂੰ ਅਸੀਂ ਅਕਾਲ ਪੁਰਖ ਮੰਨਣਾ, ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਅਕਾਲ ਪੁਰਖ ਮੰਨ ਰਹੇ ਹੈ ਆਪਣੀ ਰਹਾਉ ਦੇ ਤੁਕ ਦੇ ਵਿੱਚ। ਰਾਮ ਰਾਮ ਹਮ ਸਤਗੁਰ ਪਾਰ ਬ੍ਰਹਮ ਕਰਨਾ, ਜਿਹੜਾ ਉਹ ਗੁਰੂ ਦਾ ਬਚਨ ਹੈ, ਮੈਂ ਉਸੇ ਬਚਨ ਨੂੰ ਹੀ ਧਾਰਨਾ, ਉਸੇ ਬਚਨ ਨੂੰ ਹੀ ਮੈਂ ਆਪਣੇ ਘੁੱਟ ਕੇ ਫੜ ਕੇ ਰੱਖਣਾ, ਉਸੇ ਬਚਨ ਦਾ ਹੀ ਮੈਂ ਜਾਪ ਕਰਨਾ, ਉਸੇ ਬਚਨ ਨੂੰ ਹੀ ਮੈਂ ਬੋਲ ਬੋਲ ਕੇ ਗੁਰਬਾਣੀ ਦੀ ਖੋਜ ਕਰਨੀ ਹੈ। ਹੁਣ ਕਹਿੰਦੇ ਜਿਨ੍ਹਾਂ ਨੂੰ ਇਹ ਗੁਰੂ ਨਹੀਂ ਮਿਲਦਾ, ਜਿਹਨੂੰ ਨੂੰ ਇਹ ਬਚਨ ਨਹੀਂ ਮਿਲਦਾ, ਉਹ ਮੂਰਖ ਜਿਹੜੇ ਆ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਨੇ। ਸਾਕਤ, ਉਹ ਮਾਇਆ ਦੇ ਪਿੱਛੇ ਝੱਲੇ ਹੋਏ ਫਿਰਦੇ ਨੇ। ਸਾਕਤ ਹਰ ਉਹ ਚੀਜ਼ ਮਾਇਆ ਹੈ। ਇਹ ਮਾਇਆ ਜਿੱਤ ਹਰ ਵਿਸਰ, ਹਰ ਉਹ ਚੀਜ਼ ਮਾਇਆ ਹੈ ਜਿਹੜੀ ਸਾਨੂੰ ਅਕਾਲ ਪੁਰਖ ਦੇ ਨਾਲੋਂ ਤੋੜਦੀ ਹੈ। ਉਹ ਮੈਂ ਕਲੀਅਰ ਕਰ ਰਿਹਾ ਕਿ ਉਹ ਸਾਡੇ ਮਾਪਿਓ ਵੀ ਹੋ ਸਕਦੇ ਆ, ਸਾਡੇ ਪੁੱਤਰ ਧੀਆਂ ਵੀ ਹੋ ਸਕਦੇ ਨੇ, ਸਾਡੀ ਜ਼ਮੀਨ ਜਾਇਦਾਦ ਵੀ ਹੋ ਸਕਦੀ ਹੈ। ਦੂਸਰੇ ਪਾਸੇ ਸਾਡੀਆਂ ਮੰਗਾਂ ਵੀ ਹੋ ਸਕਦੀਆਂ। ਅਸੀਂ ਅਕਾਲ ਪੁਰਖ ਤੋਂ ਕਈ ਤਰ੍ਹਾਂ ਦੀਆਂ ਮੰਗਾਂ ਰੱਖਦੇ ਹਾਂ, ਵੀ ਮਾਇਆ ਹੀ ਹੈ। ਜੋ ਵੀ ਕੁਛ ਇੱਕ ਸਿਸਟਮ 'ਚ ਤੁਸੀਂ ਆ ਰਹੇ ਹੋ, ਤੁਹਾਨੂੰ ਇੱਥੇ ਜਨਮ ਪ੍ਰਾਪਤ ਹੋ ਰਿਹਾ, ਉਹ ਅਕਾਲ ਪੁਰਖ ਨੇ ਵਿਧੀ ਲਿਖ ਦਿੱਤੀ ਹੈ ਵੀ ਸੰਪੈ ਕਾਰਨ ਈਸਰ ਧਿਆਈ ਹੈ, ਸੰਪੈ ਪੁਰਬ ਲਿਖੇ ਕੀ ਪਾਈ ਹੈ। ਇਹ ਜੋ ਵੀ ਕੁਛ ਸਾਨੂੰ ਮਿਲਣਾ ਹੈ, ਅਸੀਂ ਹਰ ਕੋਈ ਬਿਲ ਗੇਟਸ ਨਹੀਂ ਬਣਿਆ ਇੱਥੇ ਦੁਨੀਆ 'ਚ ਆ ਕੇ। ਕੁਛ ਬੰਦੇ ਆ ਉਹਨਾਂ ਨੂੰ ਲੇਬਰ ਕਰਨੀ ਪੈ ਰਹੀ ਹੈ, ਕੁਛ ਬੰਦੇ ਜਿਹੜੇ ਆ ਉਹ ਵੱਡੇ ਵੱਡੇ ਬਿਜ਼ਨਸ ਉਹਨਾਂ ਨੇ ਐਸਟੈਬਲਿਸ਼ ਕਰ ਰਹੇ ਆ, ਉਹ ਵੀ ਇੰਨੇ ਕੰਪੀਟੀਸ਼ਨ ਦੇ ਵਿੱਚ ਆ। ਐਮਾਜ਼ੋਨ ਦੇਖੋ ਕਿੱਥੋਂ ਕਿੱਥੇ ਪਹੁੰਚ ਗਈ ਹੈ। ਐਮਾਜ਼ੋਨ ਵਰਲਡ ਬਿਜ਼ਨਸ ਲੀਡਰ ਬਣ ਗਏ ਨੇ। ਟੈਸਲਾ ਕੰਪਨੀ ਦੇਖੋ ਹੁਣੇ ਜੇ ਨਿਕਲ ਕੇ ਸਭ ਟੌਪ ਤੇ ਪਹੁੰਚੀ ਹੋਈ ਹੈ ਕੰਪਨੀ।
ਸੋ ਅਸੀਂ ਗੱਲ ਕਰਦੇ ਹਾਂ, ਜਿਨ ਕੋ ਗੁਰ ਸਤਗੁਰ ਨਹੀਂ ਭੇਟਿਆ ਤੇ ਸਾਕਤ ਮੂੜ ਦੀਵਾਨੇ। ਜਿਨ੍ਹਾਂ ਨੂੰ ਉਹ ਬਚਨ ਨਹੀਂ ਮਿਲਿਆ ਉਹ ਸਾਕਤ ਨੇ, ਔਰ ਬਚਨ ਦੇ ਨਾਲ ਉਹਨਾਂ ਨੇ ਪ੍ਰਗਟ ਨਹੀਂ ਕੀਤਾ ਅਕਾਲ ਪੁਰਖ, ਉਹ ਵੀ ਸਾਕਤ ਨੇ। ਇਹ ਕਹਿਣ ਤੋਂ ਭਾਵ ਹੈ ਕਿ ਇਹ ਸਾਡੀ ਅਵਸਥਾ, ਅਸੀਂ ਹਲੇ ਮਾਇਆ ਦੇ ਪਿੱਛੇ ਹੀ ਚੱਲੀ ਜਾਂਦੇ ਹਾਂ। ਅਸੀਂ ਆਪਣੇ ਅਸੂਲ ਛਿੱਕੇ ਟੰਗ ਕੇ ਅਸੀਂ ਆਪਣੀਆਂ ਦੋਸਤੀਆਂ ਵੀ ਪਗਾ ਦਿੰਦੇ ਹਾਂ। ਉਹਨਾਂ ਨੂੰ ਕਿਹਾ ਸਾਕਤ ਮੋੜ ਦੀਵਾਨੇ, ਜਿਹੜੇ ਗੁਰਬਾਣੀ ਤੇ ਅਮਲ ਨਹੀਂ ਕਰਦੇ, ਜਿਨ੍ਹਾਂ ਦਾ ਭਰੋਸਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਨਹੀਂ ਆਉਂਦਾ, ਜਿਹੜੇ ਦੇਹਾਂ ਦੇ ਪਿੱਛੇ ਲੱਗੇ ਫਿਰਦੇ ਨੇ, ਜੋ ਦੇਹ ਕਹਿੰਦੀ ਹੈ ਉਹ ਕਰਦੇ ਫਿਰਦੇ ਨੇ। ਮੈਂ ਖੁਦ ਦੇਖਿਆ, ਸਾਡੇ ਆਪਣੇ ਪਰਿਵਾਰਾਂ 'ਚ ਦੇਖਿਆ, ਸੋ ਕਾਲਡ ਸੰਤਾਂ ਦੇ ਪਿੱਛੇ ਲੱਗ ਕੇ। ਠੀਕ ਹੈ, ਸਾਰੇ ਸੰਤ ਮਾੜੇ ਨਹੀਂ ਨੇ, ਸਭ ਦਾ ਜੀਵਨ ਬੜਾ ਉੱਚਾ ਸੁੱਚਾ ਉਹਨਾਂ ਨੇ ਜੀਵਨ ਰੱਖਿਆ, ਆਪਣਾ ਵਧੀਆ ਰੱਖਿਆ, ਪਰ ਅੱਜ ਕੱਲ ਜੋ ਹਾਲਾਤ ਨੇ ਸਾਡੇ ਸਾਹਮਣੇ ਹੈ, ਉਹ ਕਹਿਣਗੇ ਜੀ ਤੂੰ 40 ਪਾਠ ਸੁਖਮਨੀ ਸਾਹਿਬ ਦੇ ਕਰਨੇ ਨੇ, ਤੂੰ ਸਾਲ ਦੇ ਵਿੱਚ 51 ਅਖੰਡ ਪਾਠ ਕਰਨੇ ਨੇ, ਤੂੰ ਇੱਕੋ ਲੜੀ ਦੇ ਵਿੱਚ ਪਾਠ। ਤਾਂ ਹੀ ਆ ਨੁਕਸਾਨ ਹੋ ਰਿਹਾ ਇੰਨਾ ਕਿ ਇੱਕੋ ਲੜੀ ਦੇ ਵਿੱਚ 51 ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਤੇ 51 ਪਾਠੀ ਬੈਠੇ ਉੱਥੇ ਪਾਠ ਕਰ ਰਹੇ ਆ ਤੇ ਸੁਣਨ ਵਾਲਾ ਕੋਈ ਵੀ ਨਹੀਂ। ਇਹਦੇ ਨਾਲੋਂ ਚੰਗਾ ਇਹ ਨਹੀਂ ਹੈ ਕਿ ਇੱਕੋ ਪ੍ਰਕਾਸ਼ ਕਰਕੇ ਇੱਕੋ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਹੁੰਦਾ ਹੋਵੇ ਤੇ ਘੱਟੋ ਘੱਟ ਬਾਕੀ 50 ਤੇ ਸੁਣਦੇ ਹੋਣ ਬੈਠੇ ਕੋਲ। ਤੇ ਗੁਰਬਾਣੀ ਕਹਿ ਕੀ ਰਹੀ ਹੈ? ਇਹ ਹੈ ਸਾਕਤ ਮੂੜ ਦੀਵਾਨੇ। ਦੀਵਾਨਾ ਕਹਿੰਦੇ ਝੱਲੇ ਨੂੰ। ਭੇਟਿਆ ਕਹਿੰਦੇ ਮਿਲਿਆ ਨਹੀਂ ਸਾਨੂੰ। ਅਸੀਂ ਪਹਿਲੀ ਗੱਲ ਬਚਨ ਨਹੀਂ ਲੈਂਦੇ, ਅਸੀਂ ਖੰਡੇ ਬਾਟੇ ਦੀ ਪੌਲ ਨਹੀਂ ਛਕਦੇ, ਗੁਰੂ ਵਾਲੇ ਬਣਦੇ ਨਹੀਂ ਹੈ। ਚਲੋ ਠੀਕ ਹੈ, ਜਦੋਂ ਪਾਤਸ਼ਾਹ ਬਖਸ਼ਿਸ਼ ਕਰਨਗੇ, ਪਰ ਉਹ ਤੁਸੀਂ ਦੇਖੋ ਪੜ੍ਹ ਲਿਖ ਵੀ ਗਏ, ਜੌਬ ਵੀ ਲੱਗ ਗਈ, ਵਿਆਹ ਵੀ ਹੋ ਗਿਆ, ਬੱਚੇ ਵੀ ਹੋ ਗਏ, ਗਾਂ ਬੱਚੇ ਵੀ ਵਿਆਹ ਦਿੱਤੇ। ਮੈਨੂੰ ਐਸੇ ਪਰਿਵਾਰ ਜਾਣਦੇ ਨੇ ਕਈ, ਉਹ ਕਹਿਣਗੇ ਜੀ ਬੱਚੇ ਵਿਆਹ ਦੀਏ ਫੇਰ ਅਸੀਂ ਅੰਮ੍ਰਿਤ ਛਕ ਲੈਣਾ ਜੀ। ਉਹ ਬੱਚੇ ਵਿਆਹ ਤੇ ਗਾਂ ਫਿਰ ਬੱਚਿਆਂ ਦੇ ਬੱਚੇ ਹੋ ਜਾਂਦੇ। ਭਾਈ ਸਾਹਿਬ ਜੀ ਟਾਈਮ ਨਹੀਂ ਮਿਲਦਾ, ਮੁੰਡਾ ਵੀ ਤੇ ਨੂੰਹ ਵੀ, ਸਾਡੀ ਧੀ ਰਾਣੀ ਵੀ ਕੰਮ ਤੇ ਗਏ ਹੁੰਦੇ, ਅਸੀਂ ਬੱਚੇ ਸੰਭਾਲ, ਟਾਈਮ ਹੀ ਨਹੀਂ ਮਿਲਦਾ। ਉਹ ਜ਼ਿੰਦਗੀ ਲੰਘ ਜਾਣੀ, ਏਦੀ ਕਰਦੇ ਆ, ਜ਼ਿੰਦਗੀ ਸਾਰੀ ਲੰਘ ਜਾਂਦੀ ਸਾਡੀ। ਇਹ ਚੀਜ਼, ਇਹਨੂੰ ਲੈ ਕੇ ਆਓ, ਆਪਣੇ ਮਨ ਨੂੰ ਸਮਝਾਓ। ਦੀਖਿਤ ਹੋਣਾ ਬੜਾ ਜ਼ਰੂਰੀ ਹੈ, ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ। ਤੇ ਉਹ ਗੁਰੂ ਦਾ ਬਚਨ ਲੈ ਕੇ ਅਸੀਂ ਉਹ ਬਚਨ ਦੀ ਕਮਾਈ ਕਰਨੀ, ਆਪਣਾ ਜੀਵਨ ਜਿਹੜਾ ਉੱਚਾ ਸੁੱਚਾ ਰੱਖਣਾ, ਆਪਣੇ ਜੀਵਨ ਦੇ ਅਸੂਲ ਰੱਖਣੇ ਨੇ, ਕਮਾਈ ਕਰਨੀ ਹੈ ਆਪਣੇ ਜੀਵਨ। ਪਰ ਕਹਿੰਦੇ ਕਿਸੇ ਦਾ ਕਸੂਰ ਨਹੀਂ ਹੈ, ਤਿੰਨ ਕੇ ਕਰਮਹੀਨ ਧੁਰ ਪਾਏ, ਦੇਖ ਦੀਪਕ ਮੋਹ ਪਛਾਨੇ। ਹੁਣ ਇਹ ਬੜੀ ਇੰਪੋਰਟੈਂਟ ਗੱਲ ਹੈ, ਬੜੀ ਇੰਪੋਰਟੈਂਟ ਗੱਲ ਹੈ ਕਿ ਆਪਾਂ ਜਿਹੜੀ ਗੱਲ ਕਰਕੇ ਹਟੇ ਆ ਕਿ ਲੋਕ ਕਹਿ ਦਿੰਦੇ ਆ ਕਿ ਸਾਨੂੰ ਤੇ ਟਾਈਮ ਹੀ ਨਹੀਂ ਮਿਲਦਾ ਜੀ, ਆਹ ਸਾਡੀਆਂ ਡਿਊਟੀਆਂ ਨੇ, ਹਲੇ ਅਸੀਂ ਆਹ ਕੰਮ ਕਰਦੇ ਹਾਂ, ਹਲੇ ਅਸੀਂ ਆਹ ਕੰਮ ਕਰਦੇ ਹਾਂ, ਵਿਹਲੇ ਹੋ ਕੇ ਫਿਰ ਅਸੀਂ ਖੰਡੇ ਬਾਟੇ ਦੀ ਪੌਲ ਲਵਾਂਗੇ। ਅੱਛਾ, ਇਹ ਹੈ ਕਿ ਉਹ ਉਦਮ ਨਹੀਂ ਕਰਦੇ, ਤਾਂ ਉਹ ਕਰਮਹੀਨ ਨੇ, ਕਿਉਂਕਿ ਉਹਨਾਂ ਨੂੰ ਸਤਿਗੁਰ ਨਹੀਂ ਮਿਲਿਆ। ਹੁਣ ਇਹ ਉਦਮ ਅਸੀਂ ਆਪ ਕਰਨਾ, ਇਹ ਹਿੰਮਤ ਅਸੀਂ ਆਪ ਕਰਨੀ ਹੈ ਕਿ ਅਸੀਂ ਗੁਰਬਾਣੀ ਤੇ ਪਹਿਰਾ ਦੇਣਾ ਹੈ, ਇਹ ਅਸੀਂ ਆਪ ਕਰਨਾ ਹੈ। ਹਰ ਧਰਮ ਦੇ ਵਿੱਚ ਉਹਨਾਂ ਦੇ ਧਾਰਮਿਕ ਗ੍ਰੰਥ ਨੇ, ਸਾਰਿਆਂ ਦਾ ਸਤਿਕਾਰ ਹੈ, ਔਰ ਜਿਹੜੇ ਉਹਨਾਂ ਨੂੰ ਆਪਣੇ ਧਰਮ ਨੂੰ ਮੰਨਦੇ ਨੇ, ਉਹਨਾਂ ਦਾ ਇਹ ਫਰਜ਼ ਹੈ ਇਸ ਜੂਨ ਦੇ ਵਿੱਚ ਆ ਕੇ ਉਸ ਧਾਰਮਿਕ ਗ੍ਰੰਥ ਨੂੰ ਜ਼ਰੂਰ ਪੜ੍ਹਨ। ਵੇਦਾਂ ਮੈਂ ਨਾਮ ਉੱਤਮ, ਵੇਦਾਂ ਦੇ ਵਿੱਚ ਵੀ ਨਾਮ ਦੀ ਗੱਲ ਕੀਤੀ ਗਈ ਹੈ, ਰਾਮ ਨਾਮ ਦੇ ਸਿਮਰਨ ਦੀ ਗੱਲ ਕੀਤੀ ਗਈ ਹੈ। ਆ ਭਗਤ ਨਾਮਦੇਵ ਜੀ, ਮਹਾਰਾਸ਼ਟਰ ਦੇ ਰਹਿਣ ਵਾਲੇ, ਸਾਡੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਪੁਰਾਣੇ ਭਗਤ ਨੇ। ਉਹ ਹਿੰਦੂ ਹੀ ਤੇ ਸੀ, ਪਰ ਸ਼ਬਦ ਦੀ ਕਮਾਈ ਕੀਤੀ ਉਹਨਾਂ ਨੇ, ਔਰ ਜੋ ਗਿਆਨ ਉਹਨਾਂ ਨੂੰ ਆਤਮਿਕ ਲੈਵਲ ਦੇ ਉੱਤੇ ਆ ਕੇ ਆਇਆ, ਉਹ ਬਾਬੇ ਨਾਨਕ ਨੇ ਪ੍ਰਗਟ ਕੀਤਾ ਸਾਡੇ ਕੋਲ ਪੋਥੀ ਦੇ ਵਿੱਚ। ਸੋ ਜਿਨ ਕੋ ਗੁਰ ਸਤਗੁਰ ਨਹੀਂ ਭੇਟਿਆ ਤੇ ਸਾਕਤ ਮੂੜ ਦੀਵਾਨੇ, ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਇਦਾਂ ਹੀ ਉਹਨਾਂ ਨੇ
ਝੱਲੇ ਹੀ ਉਹ ਝੱਲੇ ਹੀ ਚਲੇ ਜਾਣਾ ਇੱਥੋਂ ਦੁਨੀਆ ਤੋਂ, ਤੇ ਉਹਨਾਂ ਦਾ ਕਾਲ ਖਤਮ ਹੋ ਜਾਣਾ, ਟਾਈਮ ਖਤਮ ਹੋ ਜਾਣਾ। ਤਿੰਨ ਕੇ ਕਰਮਹੀਨ ਧੁਰ ਪਾਏ, ਦੇਖ ਦੀਪਕ ਮੋਹ ਪਚਾਨੇ। ਕਹਿੰਦੇ ਐਸੇ ਜਿਹੜੇ ਕਰਮ ਨੇ ਵੀ ਉਹਨਾਂ ਦੇ ਕੀ ਵਸ ਹੈ, ਉਹ ਆਪਣੇ ਭਾਗ ਹੀ ਇਦਾਂ ਦੇ ਲਿਖਾ ਕੇ ਆਏ, ਕੀ ਵਸ ਹੈ। ਉਹ ਮਾਇਆ ਦੇ ਮੋਹ ਦੇ ਵਿੱਚ ਇਦਾਂ ਸੜਦੇ ਆ ਜਿਵੇਂ ਪਤੰਗਾ ਹੁੰਦਾ, ਇੱਕ ਭਮੱਕੜ ਜਿਹਾ ਹੁੰਦਾ ਜਿਹੜਾ ਲਾਈਟ ਦੇ ਉੱਤੇ ਆ ਕੇ ਸੜ ਕੇ ਮਰ ਜਾਂਦਾ, ਪਰ ਉਹਨੇ ਆਉਣਾ ਹੀ ਆਉਣਾ ਹੁੰਦਾ, ਲਾਈਟ ਦੇ ਉੱਤੇ ਉਹਨੇ ਆਉਣਾ ਹੀ ਹੁੰਦਾ, ਉਹਦਾ ਲਿਖਿਆ ਹੁੰਦਾ। ਕੋਈ ਅਸੀਂ ਸਿਆਣੇ ਬਣੀਏ, ਅਸੀਂ ਇਹ ਗਿਆਨ ਨੂੰ ਪੜ੍ਹ ਕੇ ਇਹਨੂੰ ਪ੍ਰਗਟ ਕਰੀਏ, ਇਹਨੂੰ ਪ੍ਰੈਕਟੀਕਲ ਧਾਰੀਏ ਆਪਣੇ ਜੀਵਨ ਦੇ ਵਿੱਚ, ਫਿਰ ਇਹ ਕਲਾ ਨਹੀਂ ਵਰਤੇਗੀ ਜਿਹੜੀ ਆ ਸਾਡੇ ਕਰਮਹੀਨ ਅਸੀਂ ਕਹਿ ਰਹੇ ਹਾਂ, ਦੇਖ ਦੀਪਕ ਮੋਹ ਪਚਾਨੇ ਦੀ ਗੱਲ ਹੋ ਰਹੀ ਹੈ। ਇਹ ਅਵਸਥਾ ਸਾਡੇ ਤੇ ਨਹੀਂ ਆਏਗੀ ਫਿਰ ਜਦੋਂ ਅਸੀਂ ਉਦਮ ਕਰਾਂਗੇ, ਜਦੋਂ ਅਸੀਂ ਹਿੰਮਤ ਕਰਾਂਗੇ। ਹਿੰਮਤ ਕਰਕੇ ਪਹਿਲਾ ਸਟੈਪ ਜਿਹੜਾ ਅਸੀਂ ਲੈਣਾ, ਉਹ ਅਸੀਂ ਆਪਣੇ ਗੁਰੂ ਦੇ ਬਣਨਾ ਹੈ, ਦੀਖਿਆ ਲੈ ਕੇ। ਇਹ ਕਿਸ ਤਰ੍ਹਾਂ ਅਸੀਂ ਬਣਾਂਗੇ? ਦੀਖਿਆ ਲਈ, ਦੀਖਿਆ 'ਚ ਸਾਨੂੰ ਸ਼ਬਦ ਮਿਲਿਆ, ਕਹਿੰਦੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰਨੇ। ਉਹ ਸ਼ਬਦ ਨੂੰ ਤੁਸੀਂ ਪਾਰ ਬ੍ਰਹਮ ਸਮਝ ਕੇ ਸ਼ਬਦ ਦੀ ਸੇਵਾ ਕਰੋ, ਕਿਉਂਕਿ ਉਹ ਅਕਾਲ ਪੁਰਖ ਦਾ ਨਾਮ ਹੈ, ਪਰਮਾਤਮਾ ਦਾ ਨਾਮ ਹੈ। ਉਸੇ ਨਾਮ ਦੇ ਨਾਲ ਮੂਰਖਤਾਈ ਸਾਡੀ ਖਤਮ ਹੋਣੀ ਹੈ, ਅਸੀਂ ਸਿਆਣੇ ਬਣ ਜਾਣਾ, ਅਸੀਂ ਸ਼ੁੱਧ ਹੋਣਾ ਉਹਦੇ ਨਾਲ ਹੀ, ਸਾਡੀ ਜਿਹੜੀ ਮੱਤ ਹੈ ਉਹ ਪਵਿੱਤਰ ਹੋਣੀ ਹੈ, ਤੇ ਅਸੀਂ ਅਕਾਲ ਪੁਰਖ ਨੂੰ ਜਾਣਨਾ ਹੈ। ਇਹ ਸ਼ਬਦ ਦਾ ਰਹਾਓ ਹੈ, ਬਾਰ-ਬਾਰ ਆਪਾਂ ਉੱਥੇ ਰਹਾਓ ਤੇ ਉੱਤੇ ਆ ਰਹੇ ਹਾਂ, ਕਿਉਂਕਿ ਸਾਰਾ ਸ਼ਬਦ ਉਸ ਰਹਾਓ ਦੇ ਇਰਦ ਗਿਰਦ ਘੁੰਮ ਰਿਹਾ ਹੈ। ਸ਼ਬਦ ਦੀਆਂ ਅਖੀਰਲੀਆਂ ਤੁਕਾਂ ਆਉਂਦੀਆਂ ਨੇ, ਕਹਿੰਦੇ ਜਿਨ ਕੋ ਤੁਮ ਦਇਆ ਕਰ ਮੇਲੋ, ਤੇ ਹਰ ਹਰ ਸੇਵ ਲਗਾਨੇ। ਸੇਵਾ ਕਰਨ ਵਾਲਿਆਂ ਦੀ ਕਮੀ ਨਹੀਂ ਹੈ, ਨਾਮ ਜਪਣ ਵਾਲਿਆਂ ਦੀ ਕਮੀ ਨਹੀਂ ਹੈ, ਲੇਕਿਨ ਉਸ ਇੱਕ ਅਵਸਥਾ ਤੇ ਪਹੁੰਚਣ ਵਾਲਿਆਂ ਦੀ ਕਮੀ ਜ਼ਰੂਰ ਹੈ। ਸਾਰੇ ਪ੍ਰੇਰਨਾ ਦੇ ਥੱਲੇ ਆ ਕੇ ਇੰਸਪਾਇਰ ਹੋ ਕੇ ਨਾਮ ਜਪਣਾ ਆਰੰਭ ਵੀ ਕਰ ਦੇਣਗੇ, ਉਹਨਾਂ ਨੂੰ ਅਵਸਥਾ ਉਹਨਾਂ ਦੇ ਮਨ ਦੀ ਚੇਂਜ ਹੋਏਗੀ, ਪਰ ਇਹ ਅਕਾਲ ਪੁਰਖ ਦੀ ਬਖਸ਼ਿਸ਼ ਜਿਹੜੀ ਹੈ, ਉਹਦੀ ਕਿਰਪਾ ਦੇ ਪਾਤਰ ਅਸੀਂ ਉਦਮ ਕਰਕੇ ਬਣਨਾ, ਅਸੀਂ ਵੀ ਉਦਮ ਕਰਨਾ ਹੈ, ਕਿਉਂਕਿ ਸਾਡੀ ਜਿਹੜੀ ਜੂਨ ਸਾਜੀ ਹੈ, ਦੇਖੋ ਸਭ ਤੋਂ ਉੱਤੇ ਪਰਮਾਤਮਾ ਨੇ ਟੀਸੀ ਤੇ ਸਾਡੇ ਸਿਰ ਦੇ ਵਿੱਚ ਸਾਡਾ ਦਿਮਾਗ ਰੱਖਿਆ, ਕਿਉਂਕਿ ਇਹ ਬੜਾ ਉੱਤਮ ਹੈ, ਮੱਤ ਬੜੀ ਉੱਤਮ ਹੈ। ਮੱਤ ਹੀ ਤੁਹਾਨੂੰ ਜਿਹੜੀ ਹੈ ਉਹ ਭੈੜੇ ਕਰਮਾਂ ਵੱਲ ਪ੍ਰੇਰ ਦਿੰਦੀ ਹੈ। ਮੱਤ ਹੀ ਤੁਹਾਨੂੰ ਭਾਵੇਂ ਸਾਡਾ ਕਰੈਕਟਰ ਜਿਹੜਾ ਉਹ ਗਨਕਾ ਵਰਗਾ ਕਿਉਂ ਨਾ ਹੋਵੇ, ਸਾਨੂੰ ਫੇਰ ਪਰਮਾਤਮਾ ਦੇ ਨਾਲ ਮਿਲਾ ਦਿੰਦੀ ਹੈ। ਗਨਕਾ ਇਸਤਰੀ ਦਾ ਨਾਮ ਬਹੁਤ ਵਧੀਆ ਹੈ। ਐਸੇ ਭਗਤ ਨੇ ਜਿਹੜੇ ਜਲਾਦ ਦਾ ਕੰਮ ਕਰਦੇ ਸੀ, ਉਹ ਰੱਬ ਨੂੰ ਪਾ ਗਏ। ਜਿਹੜੇ ਜਲਾਦ ਦਾ ਕੰਮ ਕਰਦੇ ਸੀ, ਭਗਤ ਸਧਨਾ ਜੀ, ਭਗਤ ਰਵਿਦਾਸ ਜੀ, ਜਿਹੜੇ ਮਰੇ ਹੋਏ ਡੰਗਰ ਢੋਂਦੇ ਸੀ ਔਰ ਉਹਨਾਂ ਦਾ ਚੰਮ ਲਾ ਕੇ ਜੁੱਤੀਆਂ ਬਣਾ ਕੇ ਵੇਚਦੇ ਸੀ, ਉਹ ਰੱਬ ਨੂੰ ਪਾ ਗਏ, ਕਿਉਂਕਿ ਉਹਨਾਂ ਨੇ ਉਦਮ ਕੀਤਾ, ਤੇ ਉਦਮ ਕਰਦੇ ਕਰਦੇ ਉਹ ਕਿਰਪਾ ਦੇ ਪਾਤਰ ਬਣ ਗਏ। ਉਦਮ ਵੀ ਕਰਨਾ ਪੈਣਾ, ਕਿਰਪਾ ਵੀ ਅਕਾਲ ਪੁਰਖ ਦੀ ਹੋਏਗੀ, ਸੇਵਾ ਕਰਨੀ ਪੈਣੀ ਹੈ, ਨਾਮ ਦੀ ਭਜਨ ਬੰਦਗੀ ਕਰਨੀ ਪੈਣੀ ਹੈ। ਕਹਿੰਦੇ ਜਨ ਨਾਨਕ, ਹੁਣ ਇੱਥੇ ਨਾਨਕ ਛਾਪ ਹੈ, ਪਰ ਉਹ ਛਾਪ ਐਜ਼ ਏ ਗੁਰੂ ਨਹੀਂ ਦੇ ਰਹੇ, ਐਜ਼ ਏ ਜਨ ਦੇ ਰਹੇ ਨੇ। ਗੁਰੂ ਰਾਮਦਾਸ ਪਾਤਸ਼ਾਹ ਗਰੀਬੀ ਚ ਆ ਰਹੇ ਨੇ, ਨਿਮਰਤਾ ਦੇ ਵਿੱਚ ਆ ਰਹੇ ਨੇ, ਗੁਰੂ ਬਣ ਕੇ ਨਹੀਂ ਕਹਿ ਰਹੇ, ਉਹ ਇੱਕ ਕਾਮਨ ਮੈਨ ਬਣ ਕੇ ਕਹਿ ਰਹੇ ਨੇ, ਕਿਉਂਕਿ ਅਸੀਂ ਉਸ ਅਵਸਥਾ ਚ, ਉਹ ਸਾਡੀ ਅਵਸਥਾ ਚ ਆ ਕੇ ਸਾਨੂੰ ਇਹ ਗੁਰਬਾਣੀ ਸਮਝਾ ਰਹੇ ਨੇ। ਕਹਿੰਦੇ ਜਨ ਨਾਨਕ ਹਰ ਹਰ ਜਪ ਪ੍ਰਗਟੇ, ਕਹਿੰਦੇ ਤੁਹਾਨੂੰ ਵੀ ਇਹ ਹੋ ਸਕਦਾ, ਪਰ ਤੁਸੀਂ ਗਰੀਬੀ ਚਾਹੋ,
ਇੱਕ ਆਮ ਬੰਦੇ ਵਾਂਗੂ ਤੁਸੀਂ ਅਕਾਲ ਪੁਰਖ ਦਾ ਨਾਮ ਜਪਣਾ ਆਰੰਭ ਕਰੋ। ਹਰ 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 ਜਪੇ, ਜਦੋਂ ਇਹ ਜਪੋਗੇ ਤੇ ਪ੍ਰਗਟ ਹੋਊ ਪਰਮਾਤਮਾ। ਤੇ ਉਸ ਗੁਰੂ ਦੀ ਮੱਤ ਦੇ ਉੱਤੇ ਤੁਰ ਕੇ ਤੁਸੀਂ ਉਸ ਨਾਮ ਦੇ ਵਿੱਚ ਹੀ ਲੀਨ ਹੋ ਜਾਣਾ ਹੈ। ਉਸ ਨਾਮ ਦੀ ਜੋਤ ਦੇ ਵਿੱਚ ਹੀ ਤੁਸੀਂ ਸਮਾ ਜਾਣਾ ਹੈ, ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ। ਉਸ ਨਾਮ ਦੇ ਨਾਲ ਹੀ ਸਾਨੂੰ ਉਹ ਪਰਮਾਤਮਾ ਮਿਲਣਾ ਹੈ। ਪਰਮਾਤਮਾ ਨੂੰ ਮਿਲਣ ਦਾ ਹੋਰ ਕੋਈ ਰਾਸਤਾ ਨਹੀਂ ਹੈ। ਆ ਸ਼ਬਦ ਦੇ ਵਿੱਚ ਕੋਈ ਰਾਸਤਾ ਨਹੀਂ ਹੈ। ਜੋ ਇਹ ਸ਼ਬਦ ਦੇ ਵਿੱਚ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ, ਅਸੀਂ ਉਹ ਕੋਸ਼ਿਸ਼ ਕੀਤੀ ਹੈ ਬਾਣੀ ਦੇ ਵਿੱਚੋਂ ਐਗਜ਼ਾਮਪਲਸ ਲੈ ਲੈ ਕੇ ਕਿ ਇਸ ਸ਼ਬਦ ਨੂੰ ਖੋਲਿਆ ਜਾ ਸਕੇ। ਅਕਾਲ ਪੁਰਖ ਨੇ ਜੇ ਪ੍ਰਗਟ ਹੋਣਾ ਹੈ ਤੇ ਉਹ ਹਰ 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 ਜਪ, ਪੱਪੇ ਨੂੰ ਸਿਹਾਰੀ ਹੈ, ਜਪ ਕੇ ਬਾਣੀ ਦੇ ਪਾਠ ਕਰ ਲੋ, ਪ੍ਰਗਟ ਨਹੀਂ ਹੋਏਗਾ, ਕਿਉਂਕਿ ਕੰਡੀਸ਼ਨ ਹੈ। ਕਿਉਂਕਿ ਆ ਕੰਡੀਸ਼ਨ ਲਾਤੀ ਪਾਤਸ਼ਾਹ ਨੇ ਕਿ ਉਹ ਜੇ ਪ੍ਰਗਟ ਹੋਏਗਾ ਤੇ ਉਹ ਜਪ ਜਪ ਕੇ ਪ੍ਰਗਟ ਹੋਏਗਾ, ਜਪ ਜਪ ਕੇ ਪ੍ਰਗਟ ਹੋਏਗਾ। ਇਸੇ ਕਰਕੇ ਇੱਕ ਓੰਕਾਰ ਤੋਂ ਬਾਅਦ ਸਾਡੇ ਬ੍ਰਹਮ ਗਿਆਨ ਦੀ ਸ਼ੁਰੂਆਤ ਦੇ ਵਿੱਚ ਲਿਖਿਆ ਸਤਨਾਮ, ਉੱਥੇ ਹੈ ਤੱਤੇ ਨੂੰ ਸਿਹਾਰੀ। ਸੱਤੇ, ਤੱਤੇ ਨੂੰ ਸਿਹਾਰੀ, ਨਾਮ ਮਮੇ ਨੂੰ ਔਂਕੜ। ਕਿਉਂਕਿ ਉਹ ਇੱਕ ਹੈ, ਉਹ ਧੁਨ ਰੂਪ ਹੈ, ਉਹਦੀ ਕੋਈ ਦੇਹ ਨਹੀਂ ਹੈ। ਇਸ ਕਰਕੇ ਇੱਕ ਓੰਕਾਰ ਤੋਂ ਬਾਅਦ ਜਾਂ ਇੱਕ ਓ ਤੋਂ ਬਾਅਦ ਸਤਨਾਮ ਹੈ ਕਿ ਉਸ ਅਕਾਲ ਪੁਰਖ ਦਾ ਨਾਮ, ਉਸ ਨਾਮ ਦੀ ਹੋਂਦ ਸਦਾ ਸਦਾ ਵਾਸਤੇ ਹੈ। ਇਹ ਹੈ ਸਤਨਾਮ। ਇਹ ਉਹਦੀ ਸਾਨੂੰ ਨਾਮ ਦੀ ਵਿਸ਼ੇਸ਼ਤਾ ਹੀ ਦੱਸ ਰਿਹਾ ਕਿ ਜਿਹੜਾ ਉਹ ਅਕਾਲ ਪੁਰਖ ਦਾ ਨਾਮ ਹੈ ਉਹ ਸਦਾ 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 ਕਾਇਮ ਰਹਿਣ ਵਾਲਾ ਹੈ। ਉਹਦੀ ਹੋਂਦ ਸਦਾ ਸਦਾ ਵਾਸਤੇ ਹੈ। ਇਹ ਕਹਿ ਦਿੰਦੇ ਆ ਜੀ ਇਹ ਸੰਸਕ੍ਰਿਤ ਦਾ ਲਫ਼ਜ਼ ਹੈ, ਉਹਦਾ ਮਤਲਬ ਹੈ ਸੱਤਿਆ, ਉਹਦਾ ਨਾਮ ਸੱਚਾ ਹੈ। ਉਹ ਸੱਚਾ ਤੇ ਹੈ ਹੀ ਹੈ ਭਾਈ। ਜੇ ਗੁਰੂ ਦੇ ਰਿਹਾ, ਜੇ ਗੁਰੂ ਕਹਿ ਰਿਹਾ ਤੇ ਸੱਚਾ ਤੇ ਆਲਰੇਡੀ ਹੈ, ਕਿਉਂਕਿ ਗੁਰੂ ਦੇ ਮੁਖਾਰਬਿੰਦ ਤੋਂ ਇਹ ਨਿਕਲ ਰਿਹਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਪਰ ਜਿੱਥੇ ਤੱਤੇ ਨੂੰ ਸਿਹਾਰੀ ਆ ਗਈ, ਉਹਦਾ ਮਤਲਬ ਹੈ ਐਗਜ਼ਿਸਟੈਂਸ ਫॉर ਐਵਰ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹਨੂੰ ਆਪਾਂ ਨਾਲ ਨਾਲ ਸ਼ਬਦ ਲੈ ਲੈ ਕੇ ਵਿਚਾਰਾਂਗੇ ਤਾਂ ਸਾਨੂੰ, ਜਿੱਦਾਂ ਅੱਜ ਆਪਾਂ ਧੁਨ ਦਾ ਜ਼ਿਕਰ ਕੀਤਾ ਕਿ ਅਸੀਂ ਉਹ ਧੁਨ ਦੇ ਵਿੱਚ ਸਮਾਉਣਾ ਹੈ, ਮਤ ਗੁਰਮਤ ਨਾਮ ਸਮਾਨੇ, ਤਾਂ ਸਾਨੂੰ ਅਕਾਲ ਪੁਰਖ ਨੇ ਪ੍ਰਗਟ ਹੋਣਾ, ਤਾਂ ਸਾਨੂੰ ਉਹਨੇ ਮਿਲਣਾ, ਤਾਂ ਸਾਡੀ ਜਿਹੜੀ ਮਤ ਹੈ ਉਹ ਸਹੀ ਦਿਸ਼ਾ ਵਾਲੇ ਪਾਸੇ ਆਉਣੀ ਹੈ। ਅਕਾਲ ਪੁਰਖ ਨੂੰ, ਅਕਾਲ ਪੁਰਖ ਦਾ ਨਾਮ ਜਪਣ ਵਾਲੇ ਪਾਸੇ, ਤਾਂ ਸਾਡੇ ਜਿਹੜੇ ਕਰਮ ਨੇ ਉਹ ਪਵਿੱਤਰ ਹੋ ਜਾਣੇ ਨੇ। ਜਿਉਂ ਜਿਉਂ ਅਸੀਂ ਕਮਾਈ ਕਰਦੇ ਹੋਵਾਂਗੇ, ਤਾਂ ਸਾਨੂੰ ਜਿਹੜਾ ਨਾਮ ਦਾ ਸਿਮਰਨ ਦਾ ਰਸ ਆਉਣਾ ਸ਼ੁਰੂ ਹੋਏਗਾ, ਤਾਂ ਸਾਡੇ ਇਹ ਦੁੱਖ ਦਾਲਤ ਜਿਹੜੇ ਹੈ ਕੱਟੇ ਜਾਣਗੇ, ਤਾਂ ਸਾਡੀ ਬੇਨਤੀ ਜਿਹੜੀ ਹੈ ਉਹ ਅਕਾਲ ਪੁਰਖ ਸੁਣਨਗੇ, ਤਾਂ ਅਸੀਂ ਮੂਰਖ ਤੋਂ ਸਿਆਣੇ ਬਣਾਂਗੇ, ਅਸ਼ੁੱਧ ਤੋਂ ਸ਼ੁੱਧ ਬਣ ਜਾਾਂਗੇ ਨਾਮ ਸਿਮਰਨ ਦੇ ਨਾਲ, ਨਹਾ ਕੇ ਨਹੀਂ, ਨਾਮ ਸਿਮਰਨ ਦੇ ਨਾਲ। ਸੋ ਇਹ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ, ਰਾਮ ਹਮ ਸਤਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਧ ਅਸੁੱਧ ਮਤ ਹੋਤੇ, ਗੁਰ ਸਤਗੁਰ ਕੇ ਬਚਨ ਹਰ ਹਮ ਜਾਣੇ। ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ